ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਮੈਂ ਸਵਰਨ ਸਿੰਘ ਦਾਨੇ ਵਾਲੀਆਂ ਤੁਹਾਡੇ ਨਾਲ ਅਮਰੀਕਾ ਦੀ ਧਰਤੀ ਤੋਂ ਅੱਜ ਲਾਈਵ ਜੁੜਿਆ। ਸੋ ਮਾਫੀ ਚਾਹੁੰਦਾ ਕਿ ਕਾਫੀ ਦਿਨਾਂ ਬਾਅਦ ਅੱਜ ਤੁਹਾਡੇ ਰੂਬਰੂ ਹੋ ਰਿਹਾ। ਸੋ ਅੱਜ ਇਸ ਵਕਤ ਮੈਂ ਵਰਜੀਨੀਆ ਦੀ ਧਰਤੀ ਤੇ ਹਾਂ ਜੀ। ਸੋ ਅੱਜ ਦੁਪਹਿਰੇ ਜਿਹੜਾ ਜੀ ਬਾਲਟੀਮੋਰ ਹੋਵਾਂਗੇ ਤੇ ਫਿਰ ਕੱਲ ਨੂੰ ਨਿਊ ਜਰਸੀ ਤੇ ਫਿਰ ਸੈਚਰਡੇ ਸੰਡੇ ਨਿਊਯਾਰਕ ਦੇ ਲੌਂਗ ਆਈਲੈਂਡ ਤੇ ਹੋਵਾਂਗਾ। ਸੋ ਮੇਰੇ ਨਾਲ ਅੱਜ ਇਸ ਵਕਤ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਮੈਂ ਅੱਜ ਲਗਭਗ ਮੈਨੂੰ 20-25 ਦਿਨ ਹੋ ਗਏ ਨੇ ਅਮਰੀਕਾ ਦੀ ਧਰਤੀ ਤੇ ਆਏ ਤੇ ਇੱਕੋ ਹੀ ਸਵਾਲ ਜਿਹੜਾ ਹੈ ਹਰ ਕੋਈ ਪੁੱਛਦਾ ਹੈ ਸਿੱਧੂ ਮੂਸੇਵਾਲੇ ਬਾਰੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਦੇ ਪਿੱਛੇ ਕੀ ਸੀ, ਕੀ ਇਹ ਰਾਜਸੀ ਕਤਲ ਸੀ, ਕੀ ਇਹ ਗੈਂਗਵਾਰ ਸੀ, ਕੀ ਇਹ ਪੈਸੇ ਦੀ ਉਗਰਾਹੀ ਸੀ, ਐਕਸਟੋਰਸ਼ਨ ਸੀ, ਕੀ ਸੀ ਇਹ ਸਾਰਾ ਮਾਮਲਾ। ਸੋ ਥੋੜੇ ਜਿਹੇ ਸ਼ਬਦ ਜਿਹੜੇ ਆਪਾਂ ਪਹਿਲਾਂ ਇਸ ਦੇ ਉੱਤੇ ਸਾਂਝੇ ਕਰਕੇ ਫਿਰ ਅੱਗੇ ਵੱਲ ਨੂੰ ਤੁਰਦੇ ਹਾਂ। ਨਾ ਤਾਂ ਆਪਾਂ ਇਹਨੂੰ ਗੈਂਗਵਾਰ ਕਹਿ ਸਕਦੇ ਹਾਂ ਤੇ ਨਾ ਹੀ ਆਪਾਂ ਇਹਨੂੰ ਰਾਜਨੀਤਿਕ ਹੱਤਿਆ ਜਾਂ ਰਾਜਨੀਤਿਕ ਕਤਲ ਕਹਿ ਸਕਦੇ ਹਾਂ। ਕਾਰਨ ਇਹਦਾ ਇਹ ਹੈ ਕਿ ਜੇ ਗੈਂਗਵਾਰ ਹੋਵੇ ਤਾਂ ਦੋ ਗੈਂਗਾਂ ਦੇ ਦਰਮਿਆਨ ਲੜਾਈ ਹੁੰਦੀ ਹੈ। ਸਿੱਧੂ ਮੂਸੇਵਾਲਾ ਕਦੇ ਵੀ ਕਿਸੇ ਗੈਂਗ ਨਾਲ ਸੰਬੰਧਿਤ ਨਹੀਂ ਰਿਹਾ। ਇਹ ਗੱਲ ਉਹ ਪਹਿਲਾਂ ਵੀ ਕਹਿੰਦਾ ਸੀ ਔਰ ਉਹਦੇ ਮਰਨ ਤੋਂ ਬਾਅਦ ਜਿਹੜੀ ਐਵੀਡੈਂਸ ਸਾਹਮਣੇ ਆ ਰਹੀ ਹੈ ਉਸ ਐਵੀਡੈਂਸ ਤੋਂ ਵੀ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਉਹਦਾ ਕਿਸੇ ਗੈਂਗ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਹਾਂ ਜੀ, ਵਿੱਕੀ ਮਿੱਡੂ ਖੇੜਾ ਦਾ ਮੋਹਾਲੀ 'ਚ ਕਤਲ ਹੁੰਦਾ ਹੈ। ਉਸ ਕਤਲ ਦੇ ਸੰਬੰਧ ਵਿੱਚ ਇੱਕ ਬੰਦੇ ਦਾ ਨਾਂ ਆਉਂਦਾ ਹੈ ਕਿ ਜਿਸ ਬੰਦੇ ਨੇ ਕਾਤਲਾਂ ਨੂੰ ਪਨਾਹ ਦਿੱਤੀ ਜਾਂ ਉਹਨਾਂ ਨੂੰ ਗਾਈਡ ਕੀਤਾ। ਉਹਦਾ ਨਾਂ ਹੈ ਸ਼ਗਨਪ੍ਰੀਤ ਸਿੰਘ। ਤੇ ਉਸ ਵੇਲੇ ਇਹ ਇਲਜ਼ਾਮ ਲੱਗਿਆ ਸੀ ਕਿ ਸ਼ਗਨਪ੍ਰੀਤ ਸਿੰਘ ਸਿੱਧੂ ਮੂਸੇਵਾਲੇ ਦਾ ਮੈਨੇਜਰ ਹੈ। ਲੇਕਿਨ ਜੇ ਆਪਾਂ ਸਿੱਧੂ ਮੂਸੇਵਾਲੇ ਨੂੰ ਦੇਖੀਏ ਤਾਂ ਸਿੱਧੂ ਮੂਸੇਵਾਲੇ ਦਾ ਜਿਹੜਾ ਹੈੱਡਕੁਆਟਰ ਹੈ ਉਹ ਇਹਦਾ ਪਿੰਡ ਦੇ ਵਿੱਚ ਸੀ। ਆਮ ਤੌਰ 'ਤੇ ਲੋਕ ਬੰਬੇ ਜਾਂਦੇ ਆ, ਜਲੰਧਰ ਜਾਂਦੇ ਆ, ਚੰਡੀਗੜ੍ਹ ਜਾਂਦੇ ਆ, ਮੋਹਾਲੀ ਜਾਂਦੇ ਆ। ਲੇਕਿਨ ਜਿਹੜੀ ਹੈ ਮਿਊਜ਼ਿਕ ਇੰਡਸਟਰੀ ਦਾ ਕੇਂਦਰ ਇੱਕ ਟਿੱਬਿਆਂ ਵਾਲੇ ਪਿੰਡ ਨੂੰ, ਜਿਹਨੂੰ ਮੂਸਾ ਪਿੰਡ ਕਿਹਾ ਜਾਂਦਾ, ਉਹਨੂੰ ਬਣਾਇਆ ਸੀ ਸਿੱਧੂ ਮੂਸੇਵਾਲੇ ਨੇ। ਇਸ ਲਈ ਜਿਹੜਾ ਬੰਦਾ ਮੋਹਾਲੀ 'ਚ ਰਹਿੰਦਾ ਉਹ ਸਿੱਧੂ ਮੂਸੇਵਾਲੇ ਦਾ ਮੈਨੇਜਰ ਹੋਵੇ, ਜਾਣ ਪਛਾਣ ਹੋ ਸਕਦੀ ਹੈ, ਦੋਸਤੀ ਹੋ ਸਕਦੀ ਹੈ, ਪਰ ਮੈਨੇਜਰ ਵਾਲੀ ਗੱਲ ਨਹੀਂ ਸੀ ਲੱਗਦੀ। ਉਸੇ ਵੇਲੇ ਇਹ ਗੱਲਾਂ ਇਹ ਵੀ ਆ ਗਈਆਂ ਸੀ ਕਿ ਸਿੱਧੂ ਮੂਸੇਵਾਲਾ ਇਲੈਕਸ਼ਨ 'ਚ ਕਿਉਂ ਖੜਾ ਹੋਇਆ। ਇਹਦੇ 'ਤੇ ਬਹੁਤ ਸਾਰੇ ਲੋਕਾਂ ਨੂੰ ਇਉਂ ਲੱਗਦਾ ਸੀ ਕਿ ਫਲਾਂ ਬੰਦੇ ਨੇ ਖੜਾ ਕਰਤਾ, ਧਮਕੇ ਨੇ ਖੜਾ ਕਰਤਾ, ਉਹਨੇ ਕਰਤਾ। ਲੇਕਿਨ ਸਿੱਧੂ ਮੂਸੇਵਾਲੇ ਦੀ ਅੰਤਮ ਅਰਦਾਸ ਦੇ ਮੌਕੇ 'ਤੇ ਉਹਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਨੇ ਜਿਹੜਾ ਭਾਸ਼ਣ ਕੀਤਾ ਸੀ ਉਹਨੇ ਸਾਫ਼ ਕਿਹਾ ਸੀ ਕਿ ਸੋਸ਼ਲ ਮੀਡੀਆ 'ਤੇ ਐਵੇਂ ਨਾ ਲੋਕਾਂ ਨੂੰ ਗਾਲਾਂ ਕੱਢੀ ਜਾਓ ਕਿ ਫਲਾਣੇ ਬੰਦੇ ਨੇ ਖੜਾ ਕਰਤਾ, ਧਮਕੇ ਬੰਦੇ ਨੇ ਖੜਾ ਕਰਤਾ। ਖਾਸ ਕਰਕੇ ਉਹਨੇ ਰਾਜਾ ਵੜਿੰਗ ਦਾ ਨਾਂ ਲਿਆ ਸੀ ਕਿ ਰਾਜੇ ਵੜਿੰਗ ਨੇ ਉਹਨੂੰ ਰੋਕਿਆ ਸੀ ਕਿ ਤੂੰ ਭਾਈ ਇਲੈਕਸ਼ਨ ਨਾ ਲੜ, ਤੇਰੇ ਵਾਸਤੇ ਇਲੈਕਸ਼ਨ ਲੜਨਾ ਠੀਕ ਨਹੀਂ। ਲੇਕਿਨ ਉਹਦੀ ਮਜਬੂਰੀ ਸੀ, ਉਹਨੂੰ ਇਲੈਕਸ਼ਨ ਲੜਨਾ ਪੈ ਗਿਆ। ਇਹ ਗੱਲ ਜਦੋਂ ਉਹਦੇ ਬਾਪ ਨੇ ਕਹੀ ਹੈ ਤੇ ਇਹਦੀ ਪੁਸ਼ਟੀ ਕੀਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ, ਜਿਹੜਾ ਉਸ ਵੇਲੇ ਗ੍ਰਹਿ ਮੰਤਰੀ ਹੁੰਦਾ ਸੀ ਪੰਜਾਬ ਦਾ। ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਕਿ ਮੇਰੇ ਘਰੇ ਸਿੱਧੂ ਮੂਸੇਵਾਲੇ ਨੂੰ ਰੋਕਿਆ। ਰਾਜੇ ਵੜਿੰਗ ਨੇ ਕਿਹਾ ਕਿ ਕਾਕਾ ਤੂੰ ਕਿਉਂ ਪੰਗੇ ਲੈਣੇ, ਤੇਰੀ ਐਡੀ ਵੱਡੀ ਸ਼ੋਹਰਤ ਆ ਸਾਰੀ ਦੁਨੀਆ ਦੇ ਵਿੱਚ, ਤੇਰੇ ਡੰਕੇ ਬੋਝਦੇ ਆ, ਕਰੋੜਾਂ ਲੋਕ ਤੇਰੇ ਫੋਲੋਅਰ ਹੈ, ਕੀ ਕਰੇਂਗਾ ਤੂੰ MLA ਬਣ ਕੇ। ਤਾਂ ਸਾਡਾ ਕੰਮ ਆ, ਅਸੀਂ ਤੁਰੇ ਫਿਰਦੇ ਹਾਂ, ਸਾਡੇ ਕੋਲੇ ਹੋਰ ਕਿੱਤਾ ਕੋਈ ਨਹੀਂ। ਤੇ ਉਹਨੇ ਕਿਹਾ ਸੀ ਯਾਰ ਮੇਰੀ ਮਜਬੂਰੀ ਹੈ, ਮੈਨੂੰ ਮਜਬੂਰੀ ਬਸ ਇਲੈਕਸ਼ਨ ਲੜਨੀ ਪੈਣੀ ਹੈ। ਤੇ ਉਹ ਮਜਬੂਰੀ ਆਪਾਂ ਸਮਝਦੇ ਹਾਂ ਮਜਬੂਰੀ ਸੀ ਸਿਕਿਉਰਿਟੀ। ਸਿਕਿਉਰਿਟੀ ਦਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਿਕਿਉਰਿਟੀ ਤਾਂ ਵੈਸੇ ਵੀ ਕੋਲੇ ਰੱਖ ਸਕਦਾ ਸੀ। ਲੇਕਿਨ ਇਹ ਗੱਲ ਵੀ ਮੈਨੂੰ ਵੀ ਪਹਿਲਾਂ ਬਹੁਤਾ ਨਹੀਂ ਪਤਾ ਸੀ। ਆਪਾਂ ਆਮ ਗੱਡੀ 'ਚ ਬੈਠ ਜਾਂਦੇ ਹਾਂ ਕਿ ਮੇਰੇ ਕੋਲ ਪਿਸਟਲ ਹੈ, ਰਿਵਾਲਵਰ ਹੈ, 12 ਬੋਰ ਹੈ, ਤੇਰੇ ਮੇਰੇ ਕੋਲ 315 ਬੋਰ ਹੈ, ਮੈਂ ਆਪਦੀ ਰਾਖੀ ਆਪ ਕਰ ਲੂੰ। ਲੇਕਿਨ ਇਸ ਕਤਲ ਕਾਂਡ ਨੇ ਸਾਬਤ ਕਰ ਦਿੱਤਾ ਕਿ ਤੁਸੀਂ ਕਦੇ ਵੀ ਸੁਰੱਖਿਅਤ ਨਹੀਂ ਜੇ ਤੁਹਾਡੀ ਗੱਡੀ ਦੇ ਮਗਰ ਇੱਕ ਜਿਹੜਾ ਹੈਗਾ ਤੁਹਾਡਾ ਸੁਰੱਖਿਆਤਮਕ ਵਾਹਨ ਨਹੀਂ ਹੈ, ਜਿਸ ਵਾਹਨ ਦੇ ਵਿੱਚ ਤੁਹਾਡੇ ਜਿਹਦੇ ਵਿੱਚ ਤੁਹਾਡੇ ਗਨਮੈਨ ਬੈਠੇ ਹੋਣ। ਆਮ ਆਪਾਂ ਦੇਖਦੇ ਹਾਂ ਪੁਲਿਸ ਅਫਸਰਾਂ ਨੂੰ ਦੇਖਦੇ ਹਾਂ, ਥ੍ਰੈਟਨ ਪਰਸਨਸ ਨੂੰ ਦੇਖਦੇ ਹਾਂ, ਵੱਡੇ ਜਿਹੜੇ VVIP ਹੈ ਉਹਨਾਂ ਨੂੰ ਦੇਖਦੇ ਹਾਂ ਕਿ ਉਹਨਾਂ ਦੀ ਗੱਡੀ ਦੇ ਪਿੱਛੇ ਜਿਹੜੀ ਜਿਪਸੀ ਲੱਗੀ ਹੁੰਦੀ ਹੈ, ਉਸ ਜਿਪਸੀ ਦੇ ਮਗਰਲੇ ਪਾਸੇ ਜਿਹੜੇ ਸਿਕਿਉਰਿਟੀ ਗਾਰਡ ਬੈਠੇ ਹੁੰਦੇ ਹੈ, ਉਹਨਾਂ ਦੇ ਹੱਥਾਂ 'ਚ ਵੈਪਨ ਹੁੰਦੇ ਆ ਤੇ ਉਹਨਾਂ ਦੇ ਮੂੰਹ ਪਿਛਾਂਹ ਵਾਲੇ ਪਾਸੇ ਨੂੰ ਹੁੰਦੇ ਹੈ। ਕਿਉਂ ਹੁੰਦੇ ਆ ਪਿਛਾਂਹ ਵਾਲੇ ਪਾਸੇ ਨੂੰ? ਕਿ ਪਿੱਛੇ ਤੋਂ ਜੇ ਕੋਈ ਗੱਡੀ ਆ ਰਹੀ ਹੈ ਤੇ ਉਸ ਗੱਡੀ ਨੂੰ ਠੱਲ ਪਾਈ ਜਾ ਸਕੇ। ਜੇ ਉਹ ਅਟੈਕ ਕਰਨ ਤਾਂ ਉਸ ਅਟੈਕ ਦਾ ਮੁਕਾਬਲਾ ਕੀਤਾ ਜਾ ਸਕੇ।
ਇਹ ਤਾਂ ਹੀ ਜੀ ਬੰਦੇ ਨੂੰ ਮਿਲ ਸਕਦੀ ਹੈ ਜੇ ਐਮਐਲਏ ਹੋਊਗਾ ਜਾਂ ਉਹ ਕੋਈ ਵੱਡਾ ਬੰਦਾ ਹੋਊਗਾ। ਤਾਂ ਉਹ ਇਸ ਕਰਕੇ ਐਮਐਲਏ ਬਣਨਾ ਚਾਹੁੰਦਾ ਸੀ ਕਿ ਮੇਰੀ ਇਹ ਗੱਲ ਆ, ਔਰ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ੁਰੂ ਦੇ ਵਿੱਚ ਉਹਦੇ ਕੋਲ 8 ਗਨਮੈਨ ਸੀ, ਫਿਰ ਉਹਦੇ ਗਨਮੈਨ ਘਟਾ ਕੇ 4 ਕਰਤੇ ਸੀ। ਫਿਰ ਜਦੋਂ 424 ਬੰਦਿਆਂ ਦੀ ਸਿਕਿਉਰਿਟੀ ਜਿਹੜੀ ਵੀ ਘੱਟ ਕੀਤੀ ਗਈ ਹੈ, ਉਹਦੇ ਵਿੱਚ ਉਹਦੇ ਵੀ ਜਿਹੜੇ ਗਨਮੈਨ ਘਟਾ ਕੇ 2 ਰਹਿਣ ਦਿੱਤੇ ਸੀ। ਔਰ ਉਹ ਦਿਨ 2 ਵੀ ਨਾਲ ਨਹੀਂ ਸੀ। ਜੇ ਮੰਨ ਲਓ 2 ਨਾਲ ਵੀ ਹੁੰਦੇ ਤਾਂ 2 ਕੋਈ ਉਹਨਾਂ ਦੀ ਰਾਖੀ ਨਹੀਂ ਕਰ ਸਕਦੇ ਸੀ। ਉਹ ਦੋਨਾਂ ਦੀ ਵੀ ਸ਼ਾਇਦ ਮੇਰਾ ਖਿਆਲ ਹੈ ਵਿਚਾਰਾਂ ਦੀ ਜਾਨ ਚਲੀ ਜਾਂਦੀ, ਕਿਉਂਕਿ ਅਟੈਕ ਜਿਹੜਾ ਵੱਡਾ ਭਿਆਨਕ ਸੀ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਫਰੌਤੀ ਦਾ ਮਾਮਲਾ ਹੋ ਸਕਦਾ ਹੈ, ਇਹ ਦੁਸ਼ਮਣੀ ਦਾ ਮਾਮਲਾ ਹੋ ਸਕਦਾ ਹੈ, ਇਹ ਜਿਹੜੀ ਆਪਸੀ ਰੈਵਲਰੀ ਹੁੰਦੀ ਹੈ, ਆਪਸੀ ਰੈਵਲਰੀ ਵੀ ਹੁੰਦੀ ਹੈ ਗਾਇਕਾਂ ਦੀ, ਉਹਦਾ ਵੀ ਕੋਈ ਕਾਰਨ ਹੋ ਸਕਦਾ ਹੈ। ਕੁੱਲ ਮਿਲਾ ਕੇ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ ਇਹ ਪੋਲੀਟੀਕਲ ਮਰਡਰ ਹੈ, ਨਾ ਇਹ ਗੈਂਗਵਾਰ ਹੈ। ਪੰਜਾਬ ਦੇ ਡੀਜੀਪੀ ਨੇ ਕਹਿ ਦਿੱਤਾ ਸੀ ਪਹਿਲੇ ਦਿਨ ਹੀ ਜਦੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਇਹ ਗੈਂਗਵਾਰ ਹੈ, ਔਰ ਨਾਲ ਦੀ ਨਾਲ ਹੀ ਫਿਰ ਉਹਨੂੰ ਉਹਦੇ 'ਤੇ ਰਿਵਰਟ ਵੀ ਕਰਨਾ ਪਿਆ ਸੀ। ਕਹਿ ਦਿੱਤਾ ਸੀ ਕਿ ਨਹੀਂ, ਸਿੱਧੂ ਮੂਸੇਵਾਲਾ ਕਦੇ ਵੀ ਗੈਂਗਸਟਰ ਨਹੀਂ ਸੀ, ਮੇਰੇ ਮੂੰਹੋਂ ਜੋ ਸ਼ਬਦ ਨਿਕਲਿਆ ਉਹ ਗਲਤ ਹੈ। ਅਤੇ ਉਹਨਾਂ ਨੇ ਇੱਕ ਕਿਸਮ ਦਾ ਰਿਗਰੈਟ ਵੀ ਕੀਤਾ ਸੀ। ਜੀ ਜੀ ਸੋ ਗੱਲ ਹੁਣ ਲਾਰੈਂਸ ਬਿਸ਼ਨੋਈ ਦੀ ਕਰੀਏ। ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਗਿਆ, ਉਹਦਾ ਰਿਮਾਂਡ ਮਿਲਿਆ, ਉਹਦੀ ਜਿਹੜੀ ਹੈ ਪੁੱਛਗਿੱਛ ਹੋ ਰਹੀ ਹੈ। ਪੰਜਾਬ ਨੇ ਉਸਨੂੰ ਦਿੱਲੀ ਤੋਂ ਲਿਆ, ਹਿਰਾਸਤ 'ਚ ਲੈ ਲਿਆ, ਅਦਾਲਤ ਨੇ ਉਹਨਾਂ ਨੂੰ ਹਿਰਾਸਤ 'ਚ ਦੇ ਦਿੱਤਾ। ਕੀ ਨਿਕਲ ਸਕਦਾ, ਕੀ ਅਪਡੇਟਸ ਆ ਰਹੀਆਂ? ਦੇਖੋ, ਸ਼ੁਰੂ ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੁੰਦਾ ਹੈ, ਉਸ ਮਰਡਰ ਤੋਂ ਤੁਰੰਤ ਬਾਅਦ 2-3 ਥਾਵਾਂ ਤੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਇਹਨੂੰ ਅਸੀਂ ਮਾਰਿਆ। ਲਗਭਗ ਸਾਰਿਆਂ ਦੀ ਗੱਲ ਸਾਂਝੀ ਸੀ ਕਿ ਇਹਨੂੰ ਮਾਰਨ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਗਰੁੱਪ ਹੈ ਜਿਹੜਾ, ਉਹਦੀ ਇਨਵੋਲਵਮੈਂਟ ਹੈ। ਗੋਲਡੀ ਬਰਾੜ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਹੈ, ਅੱਜ ਪਤਾ ਸ਼ਾਇਦ ਇਹ ਲੱਗਿਆ ਵੀ ਸ਼ਾਇਦ ਕੈਨੇਡਾ 'ਚੋਂ ਵੀ ਸ਼ਿਫਟ ਕਰਕੇ ਉਹ USA ਚਲੇ ਗਏ ਹੈ। ਚਾਹੇ ਗੋਲਡੀ ਬਰਾੜ ਸੀ, ਚਾਹੇ ਇਹਦਾ ਭਾਣਜਾ ਜਾਂ ਭਤੀਜਾ ਲਾਰੈਂਸ ਬਿਸ਼ਨੋਈ ਦਾ ਉਹ ਸੀ, ਜਾਂ ਇਹਨਾਂ ਦੇ ਗਰੁੱਪ ਦੇ ਕੁਝ ਹੋਰ ਬੰਦੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟਾਂ ਪਾ ਕੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਇਸ ਬੰਦੇ ਨੂੰ ਕਤਲ ਕੀਤਾ ਹੈ। ਬਾਅਦ ਦੇ ਵਿੱਚ ਜਿਹੜੀ ਹੈ ਦਿੱਲੀ ਪੁਲਿਸ ਦਾ ਜਿਹੜਾ ਆਪਰੇਸ਼ਨ ਸੈੱਲ ਹੈ, ਆਪਰੇਸ਼ਨ ਸੈੱਲ ਨੇ ਇਹਦਾ ਰਿਮਾਂਡ ਲਿਆ ਸੀ। 10-15 ਦਿਨ ਦਾ ਰਿਮਾਂਡ ਸੀ। ਉਸ ਰਿਮਾਂਡ ਦੇ ਵਿੱਚ ਉਹਨਾਂ ਨੇ ਪੁੱਛ ਪੜਤਾਲ ਕੀਤੀ, ਔਰ ਉਹ ਵੀ ਇਸ ਨਤੀਜੇ 'ਤੇ ਪਹੁੰਚੇ ਹੈ ਕਿ ਇਸ ਮਰਡਰ ਦੀ ਸਮੁੱਚੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਲਾਰੈਂਸ ਬਿਸ਼ਨੋਈ ਨੂੰ ਸੀ। ਪੰਜਾਬ ਦੀ ਪੁਲਿਸ ਨੇ ਇੱਕ SIT ਬਣਾਈ ਹੋਈ ਹੈ, ਉਹ SIT ਕੰਮ ਕਰਦੀ ਹੈ। ਉਹਨਾਂ ਨੇ ਕੁਝ ਬੰਦੇ ਫੜੇ ਵੀ ਹੈ। ਉਹਨਾਂ ਬੰਦਿਆਂ 'ਚੋਂ ਜਿਹੜੇ ਬੰਦੇ ਫੜੇ ਆ, ਸਿਰਫ ਇੱਕ ਬੰਦੇ ਬਾਰੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਸ ਬੰਦੇ ਦੀ ਕੋਈ ਇਨਵੋਲਵਮੈਂਟ ਹੋ ਸਕਦੀ ਹੈ, ਜਿਹਦਾ ਨਾਂ ਕੇਕੜਾ, ਔਰ ਉਹ ਕਾਲਿਆਂ ਵਾਲੀ ਦਾ ਰਹਿਣ ਵਾਲਾ। ਕੇਕੜੇ ਦੀ ਇਹ ਗੱਲ ਸਾਹਮਣੇ ਆਈ ਹੈ। ਇਹ ਪਹਿਲਾਂ ਵੀ ਪਰਿਵਾਰ 'ਚੋਂ ਵੀ ਗੱਲ ਆ ਗਈ ਸੀ ਕਿ ਸਿੱਧੂ ਮੂਸੇਵਾਲੇ ਦੇ ਘਰੋਂ ਤੁਰਨ ਤੋਂ ਪਹਿਲਾਂ ਇੱਕ ਬੰਦਾ ਉਹਨੂੰ ਮਿਲਦਾ ਘਰ ਆ ਕੇ, ਉਹ ਉਹਦੇ ਨਾਲ ਸੈਲਫੀ ਵੀ ਲੈਂਦਾ, ਗੱਲਾਂ ਬਾਤਾਂ ਵੀ ਕਰਦਾ, ਚਾਹ ਵੀ ਪੀਤੀ ਉਹਦੇ ਘਰੋਂ, ਤੇ ਬਾਅਦ ਦੇ ਵਿੱਚ ਉਹ ਫੋਨ ਕਰਦਾ ਵੀ ਜਾ ਰਿਹਾ ਹੈ, ਇਹ ਕਹਿ ਰਿਹਾ ਕਿ ਘਰੋਂ ਨਿਕਲੇ। ਉਹ ਬੰਦੇ ਦੀ ਸ਼ਨਾਖਤ ਕੀਤੀ, ਡੰਪ ਚੱਕਿਆ, ਉਹਦਾ ਫੋਨ ਨੰਬਰ ਮਿਲ ਗਿਆ, ਪੁਲਿਸ ਨੇ ਉਹਨੂੰ ਇੰਟੈਰੋਗੇਟ ਕੀਤਾ ਔਰ ਉਹ ਮੰਨ ਗਿਆ ਕਿ ਹਾਂ ਮੈਂ ਇਹ ਕੰਮ ਕੀਤਾ, ਮੈਂ ਹੀ ਉਹਨਾਂ ਨੂੰ ਜਿਹੜੀ ਇਤਲਾਹ ਦਿੱਤੀ ਸੀ। ਔਰ ਉਹਨੇ ਕਿਹਾ ਕਿ ਉਸ ਦਿਨ ਗੋਲਡੀ ਬਰਾੜ ਦੇ ਨਾਲ ਮੈਂ ਕਈ ਵਾਰੀ ਜਿਹੜੀ ਹੈਗੀ ਹੈ ਉਹ ਟੈਲੀਫੋਨ 'ਤੇ WhatsApp ਦੇ ਜ਼ਰੀਏ ਗੱਲਬਾਤ ਕੀਤੀ ਸੀ। ਇਹ ਗੱਲ ਵੀ ਉਹ ਮੰਨ ਗਿਆ। ਉਹ ਨਸ਼ੇੜੀ ਸੀ ਕਿ ਮੈਂ 15,000 ਰੁਪਈਆ ਲਿਆ ਸੀ ਅਤੇ 15,000 ਰੁਪਈਏ ਦੀ ਖਾਤਰ ਇਹ ਸਾਰੀ ਮੈਂ ਰੈਕੀ ਕਰਤੀ ਸੀ। ਉਹ ਕਹਿੰਦਾ ਵੀ ਗੈਂਗਸਟਰਾਂ ਨੇ ਮੈਨੂੰ ਇਹ ਨਹੀਂ ਸੀ ਦੱਸਿਆ ਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਕਤਲ ਕਰਨਾ ਹੈ, ਸਗੋਂ ਉਹਨਾਂ ਨੇ ਕਿਹਾ ਸੀ ਕਿ ਉਹਦੇ ਨਾਲ ਧੌਲ ਧੱਪ ਕਰਨੀ ਹੈ, ਲੱਤਾਂ ਬਾਹਾਂ ਤੋੜਨੀਆਂ, ਸੱਟਾਂ ਮਾਰਨੀਆਂ, ਇਹ ਤੋਂ ਵੱਧ ਕੁਛ ਨਹੀਂ। ਪਛਤਾਵਾ ਹੈ ਮੈਨੂੰ। ਫਿਰ ਅਸੀਂ ਦੇਖੀਏ ਤਾਂ ਜਿਹੜੀ ਹੈਗੀ ਹੈ ਕੋਆਰਡੀਨੇਸ਼ਨ ਪੰਜਾਬ ਪੁਲਿਸ ਦੀ ਅਤੇ ਦਿੱਲੀ ਪੁਲਿਸ ਦੀ ਜਿਵੇਂ ਹੋਣੀ ਚਾਹੀਦੀ ਸੀ, ਮੇਰੇ ਖਿਆਲ ਮੁਤਾਬਕ ਉਹ ਕੋਆਰਡੀਨੇਸ਼ਨ ਓਨੀ ਨਹੀਂ ਸੀ। ਅਤੇ ਇਹਦਾ ਵੱਡਾ ਕਾਰਨ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਮੁੱਦੇ ਨੂੰ ਲੈ ਕੇ ਜਿਵੇਂ ਤੇਜਿੰਦਰ ਬੱਗੇ ਦੀ ਗ੍ਰਿਫਤਾਰੀ ਹੋਈ ਸੀ, ਉਸ ਗ੍ਰਿਫਤਾਰੀ ਦਾ ਵਿਰੋਧ ਹੋਇਆ। ਦਿੱਲੀ ਦੀ ਪੁਲਿਸ ਨੇ ਇੱਕ ਕੇਸ ਰਜਿਸਟਰ ਕੀਤਾ, ਉਹਦਾ ਸਰਚ ਵਾਰੰਟ ਹਾਸਲ ਕੀਤਾ, ਔਰ ਕਿਵੇਂ ਹਰਿਆਣਾ ਦੀ ਪੁਲਿਸ ਨੇ ਇਹਨੂੰ ਰੋਕਿਆ, ਔਰ ਬਾਅਦ ਦੇ ਵਿੱਚ ਉਹ ਬੰਦਾ ਦਿੱਲੀ ਦੀ ਪੁਲਿਸ ਦੇ ਹਵਾਲੇ ਕਰਤਾ। ਜਿਹੜੀ ਉਹ ਅਦਾਲਤਾਂ ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ ਗਏ ਹੈ, ਉਹ ਜਿਹੜੀ ਕੁੜੱਤਣ ਸੀ ਉਹ ਕੁੜੱਤਣ ਹਾਲੇ ਤੱਕ ਦੂਰ ਨਹੀਂ ਹੋਈ। ਲੇਕਿਨ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਮਹਾਰਾਸ਼ਟਰ ਦੀ ਪੁਲਿਸ ਦੀ ਤੇ ਜਿਹੜੀ ਦਿੱਲੀ ਦੀ ਪੁਲਿਸ ਦੀ ਆਪਸ ਵਿੱਚ ਪੂਰੀ ਕੋਆਰਡੀਨੇਸ਼ਨ ਸੀ। ਦਿੱਲੀ ਦੀ ਪੁਲਿਸ ਤੋਂ ਜੋ ਉਹਨਾਂ ਨੂੰ ਲੀਡ ਮਿਲੀ, ਉਸ ਲੀਡ ਦੇ ਆਧਾਰ ਦੇ ਉੱਤੇ ਮਹਾਰਾਸ਼ਟਰ ਦੀ ਪੁਲਿਸ ਨੇ ਭੁਜ ਗੁਜਰਾਤ ਦੇ ਵਿੱਚੋਂ 2 ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਹਨਾਂ ਦੇ ਵਿੱਚੋਂ ਇੱਕ ਕੋਈ ਯਾਦਵ ਹੈ ਅਤੇ ਦੂਜਾ ਜਿਹੜਾ ਹੈਗਾ ਇੱਕ ਕੋਈ ਇਹੋ ਜਿਹਾ ਨਾਂ ਹੋਰ ਹੈ, ਉਹਦਾ ਕਲੱਲਾ ਜਿਹਾ ਨਾਂ ਹੈ। ਉਹ 2 ਬੰਦੇ ਉਹਨਾਂ ਨੇ ਗ੍ਰਿਫਤਾਰ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਇਹਨਾਂ ਬੰਦਿਆਂ ਦੇ ਵਿੱਚੋਂ 1 ਜਾਂ 2 ਸ਼ੂਟਰ ਹੋ ਸਕਦੇ ਹੈ।
ਫਿਰ ਗੱਲ ਕੁੱਲ ਮਿਲਾ ਜੀ ਕੇ ਇਹ ਆਉਂਦੀ ਸੀ ਕਿ ਜਿੰਨੀ ਦੇਰ ਤੱਕ ਲਾਰੈਂਸ ਬਿਸ਼ਨੋਈ ਦੀ ਪੁੱਛਗਿੱਛ ਨਹੀਂ ਕੀਤੀ ਜਾਂਦੀ ਉਨੀ ਦੇਰ ਤੱਕ ਕਿਸੇ ਨਤੀਜੇ ਤੇ ਨਹੀਂ ਪੁੱਜਿਆ ਜਾ ਸਕਦਾ। ਲਾਰੈਂਸ ਜੀ ਬਿਸ਼ਨੋਈ ਜਿਹੜਾ ਹੈਗਾ ਇਹਦੇ ਖਿਲਾਫ ਕੁੱਲ 34 ਮੁਕੱਦਮੇ ਹੈ, ਜਿਹਦੇ ਵਿੱਚੋਂ ਜੀ 17 ਕੁ ਮੁਕੱਦਮੇ ਜਿਹੜੇ ਆ ਪੰਜਾਬ ਦੇ ਆ, ਕੁਛ ਚੰਡੀਗੜ੍ਹ ਦੇ ਆ, ਹਰਿਆਣਾ ਔਰ ਰਾਜਸਥਾਨ ਦੇ ਵੀ ਹੈਗੇ ਆ। ਇੱਕ ਵਾਰੀ ਜੀ ਪਹਿਲਾਂ ਵੀ ਤੁਹਾਡੇ ਯਾਦ ਹੋਣਾ ਹੈ ਕਿ ਚੰਡੀਗੜ੍ਹ ਦੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਪੰਜਾਬ ਤੇ ਬਿਲਕੁਲ ਹਰਿਆਣਾ ਹਾਈ ਬਿਲਕੁਲ, ਕੋਰਟ ਜਦੋਂ ਹਾਈ ਚਲਾ ਕੋਰਟ ਗਿਆ ਗਿਆ ਸੀ। ਸੀ। ਹਾਈ ਕੋਰਟ ਨੇ ਹੁਕਮ ਦੇ ਦਿੱਤਾ ਸੀ ਕਿ ਇਹਦੇ ਲਈ ਜਿਹੜੀ ਹੈਗੀ ਆ ਪੂਰੀ ਇਹਦੀ ਵੀਡੀਓਗ੍ਰਾਫੀ ਕੀਤੀ ਜਾਵੇ। ਹਰਿਆਣੇ ਦਾ ਆਈਜੀ, ਪੰਜਾਬ ਦਾ ਆਈਜੀ, ਦਿੱਲੀ ਦੇ ਚੰਡੀਗੜ੍ਹ ਦੇ ਆਈਜੀ ਇਹ ਜ਼ਿੰਮੇਵਾਰ ਹੋਣਗੇ ਵਗੈਰਾ ਵਗੈਰਾ। ਉਹ ਤੋਂ ਬਾਅਦ ਇਹ ਸੁਪਰੀਮ ਕੋਰਟ ਚਲੇ ਗਏ ਸੀ ਤੇ ਸੁਪਰੀਮ ਕੋਰਟ ਦੇ ਵਿੱਚੋਂ ਫਿਰ ਇਹ ਹੋ ਗਿਆ ਸੀ ਕਿ ਜਿਹੜੀ ਇਹਦੀ ਪੁੱਛਗਿੱਛ ਕਰਨੀ ਆ ਉਹ ਤਿਹਾੜ ਜੇਲ੍ਹ 'ਚ ਕੀਤੀ ਜਾਵੇ। ਇਹਦੀ ਜਾਨ ਨੂੰ ਖਤਰਾ, ਇਹਨੂੰ ਬਾਹਰ ਨਹੀਂ ਭੇਜਿਆ ਜਾ ਸਕਦਾ। ਐਤਕੀ ਵੀ ਉਹਨੇ ਕੋਸ਼ਿਸ਼ ਕੀਤੀ ਸੀ। ਪਹਿਲਾਂ ਉਹਨੇ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਮੇਰਾ ਰਿਮਾਂਡ ਨਾ ਲਿਆ ਜਾਵੇ। ਫਿਰ ਉਹਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕਰਤੀ ਸੀ, ਲੇਕਿਨ ਦੋਨਾਂ ਥਾਵਾਂ ਤੋਂ ਸਫਲਤਾ ਨਹੀਂ ਮਿਲੀ। ਕੱਲ ਦਿੱਲੀ ਜੀ ਪੁਲਿਸ ਨੇ ਜਿਹੜਾ ਉਹਦਾ ਰਿਮਾਂਡ ਲਿਆ ਸੀ ਉਹ ਰਿਮਾਂਡ ਖਤਮ ਹੋ ਰਿਹਾ ਸੀ। ਠੀਕ ਉਸੇ ਵੇਲੇ ਪੰਜਾਬ ਪੁਲਿਸ ਦੀ ਇੱਕ ਬਹੁਤ ਵੱਡੀ ਟੀਮ, ਜਿਹਦੇ ਵਿੱਚ ਕਈ IPS ਅਫਸਰ ਵੀ ਕਹਿ ਸਕਦੇ ਹਾਂ ਆਪਾਂ, SSP ਲੈਵਲ ਦੇ ਆਫੀਸਰ ਸੀ, ਗੱਡੀਆਂ ਦਾ ਇੱਕ ਬਹੁਤ ਵੱਡਾ ਕਾਫਲਾ ਸੀ, ਲਗਭਗ 100 ਦੇ ਕਰੀਬ ਜਿਹੜੇ ਹੈਗੇ ਆ ਅਧਿਕਾਰੀ ਤੇ ਕਰਮਚਾਰੀ ਗਏ ਸੀ। ਔਰ ਉਹਨਾਂ ਨੇ ਜਾ ਕੇ ਦੋ ਹੀ ਗੱਲਾਂ ਕੀਤੀਆਂ। ਉਹ ਕਹਿੰਦੇ ਜੀ ਸਾਨੂੰ ਗ੍ਰਿਫਤਾਰੀ ਦੀ ਇਜਾਜ਼ਤ ਦਿੱਤੀ ਜਾਵੇ। ਇਜਾਜ਼ਤ ਉਹਨਾਂ ਨੇ ਕਿਉਂ ਮੰਗੀ? ਕਿਉਂਕਿ ਵਾਰੰਟ ਉਹਨਾਂ ਨੇ, ਪੰਜਾਬ ਦੀ ਪੁਲਿਸ ਨੇ ਵਾਰੰਟ ਪਹਿਲਾਂ ਹੀ ਮਾਨਸਾ ਤੋਂ ਲੈ ਲਿਆ ਸੀ ਕਿ ਸਾਡੇ ਕੋਲ ਇਹ ਵਾਰੰਟ ਹੈ, ਅਸੀਂ ਇਹਨੂੰ ਗ੍ਰਿਫਤਾਰ ਕਰਨਾ ਹੈ, ਗ੍ਰਿਫਤਾਰ ਦੀ ਇਜਾਜ਼ਤ ਦਿੱਤੀ ਜਾਵੇ। ਦੂਜੀ ਡਿਮਾਂਡ ਉਹਨਾਂ ਨੇ ਇਹ ਕੀਤੀ ਸੀ ਕਿ ਸਾਨੂੰ ਟ੍ਰਾਂਜ਼ਿਟ ਰਿਮਾਂਡ ਦਿੱਤਾ ਜਾਵੇ, ਰਾਹਦਾਰੀ ਰਿਮਾਂਡ ਦਿੱਤਾ ਜਾਵੇ, ਤਾਂ ਕਿ ਇਹਦਾ ਰਿਮਾਂਡ ਅਸੀਂ ਜਾ ਕੇ ਮਾਨਸਾ ਤੋਂ ਲੈ ਸਕੀਏ। ਦੋਨਾਂ ਮਾਮਲਿਆਂ ਦੇ ਵਿੱਚ ਹੀ ਕਹਿ ਦਿੱਤਾ ਸੀ ਹਾਈ ਕੋਰਟ ਨੇ ਕਿ ਤੁਹਾਡੇ ਕੋਲੇ ਦੱਸੋ ਹੈ ਚੀਜ਼ ਹੋਰ ਕੀ, ਅਦਾਲਤ ਨੇ, ਸੌਰੀ ਜਿਹੜੀ ਦਿੱਲੀ ਦੀ ਅਦਾਲਤ ਨੇ, ਕਿ ਤੁਸੀਂ ਇਹਦੀ ਸਿਕਿਉਰਿਟੀ ਦਾ ਪ੍ਰਬੰਧ ਕੀ ਕਰੋਗੇ। ਜੋ ਉਹਨਾਂ ਦੇ ਵਕੀਲ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇ ਪੰਜਾਬ 'ਚ ਲੈ ਕੇ ਜਾਣਗੇ ਇਨਕਾਊਂਟਰ ਹੋਊਗਾ ਜਾਂ ਦੂਜਾ ਗਰੁੱਪ ਇਹਨੂੰ ਮਾਰ ਸਕਦਾ। ਤੇ ਉਹਨਾਂ ਨੇ ਕਿਹਾ ਜੀ ਸਾਡੇ ਕੋਲੇ ਪੂਰਾ ਪ੍ਰਬੰਧ ਹੈ, ਵਕਤਰਬੰਦ ਗੱਡੀਆਂ ਜਿਹਨੂੰ ਅਸੀਂ ਬੁਲਟ ਪ੍ਰੂਫ ਗੱਡੀ ਕਹਿ ਦਿੰਦੇ ਹਾਂ, ਅਸੀਂ ਗੱਡੀਆਂ ਦੀ ਸੁਰੱਖਿਆ 'ਚ ਲੈ ਕੇ ਜਾਵਾਂਗੇ, ਸਾਡੇ ਕੋਲੇ ਕੈਮਰਾ, ਟੋਟਲ ਵੀਡੀਓਗ੍ਰਾਫੀ ਕਰਾਂਗੇ ਜਿੱਥੋਂ ਜਿੱਥੋਂ ਦੀ ਇਹਨੂੰ ਲੈ ਕੇ ਜਾਣਾ ਹੈ, ਸਾਡੀ ਜ਼ਿੰਮੇਵਾਰੀ ਹੋਊ, ਅਸੀਂ ਅੰਡਰਟੇਕਿੰਗ ਦਿੰਦੇ ਹਾਂ ਕਿ ਇਸ ਬੰਦੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਦਾ। ਇਹ ਤੋਂ ਬਾਅਦ ਮਾਨਯੋਗ ਅਦਾਲਤ ਨੇ ਕਹਿਤਾ ਤੁਸੀਂ ਲੈ ਜਾਓ, ਤੇ ਉਹਨੂੰ ਫਿਰ ਲਿਆ ਕੇ ਅੱਜ ਵੱਡੇ ਤੜਕੇ ਉਹਨੂੰ ਮਾਨਸਾ ਪਹਿਲਾਂ ਸਿਵਲ ਹਸਪੀਟਲ ਲੈ ਕੇ ਗਏ, ਉਹਦਾ ਮੈਡੀਕਲ ਕਰਵਾਇਆ, ਫਿਰ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਲਗਭਗ 5:15 ਵਜੇ ਅਦਾਲਤ ਨੇ ਉਹਦਾ 7 ਦਿਨਾਂ ਦਾ ਰਿਮਾਂਡ ਦਿੱਤਾ ਸੀ। ਤੇ ਇਸ ਵੇਲੇ ਉਹਨੂੰ ਜਿਹੜਾ ਹੈਗਾ ਸੀ ਖਰੜ ਲੈ ਗਏ ਸੀ, ਖਰੜ ਦੇ CIA ਸਟਾਫ ਦੇ ਵਿੱਚ। ਪਰ ਤੁਹਾਨੂੰ ਪਤਾ ਕਿ ਜਿੱਥੇ ਇਹੋ ਜਿਹਾ ਬੰਦਾ ਹੋਵੇ ਉੱਥੇ ਸਾਡਾ ਮਹਿਕਮਾ ਬਹੁਤ ਪਹੁੰਚ ਜਾਂਦਾ, ਆਪਣਾ ਭਾਈਚਾਰਾ। ਬਿਲਕੁਲ, ਅੱਜ ਕੱਲ ਤਾਂ ਬਾਹਲੇ ਤੁਰੇ ਫਿਰਦੇ ਨੇ। ਆਪਣੇ ਭਾਈਚਾਰੇ ਨੇ ਜਾ ਕੇ ਫਿਰ ਉੱਥੇ ਪੀਪਲੀ ਲਾਈਵ ਵਾਲੀ ਫਿਲਮ ਹੀ ਬਣਾਤੀ ਸੀ। ਤੇ ਹੁਣ ਟੀਚਰਾਂ ਵੀ ਕਰ ਰਹੇ ਆ ਲੋਕ ਕਿ ਪੱਤਰਕਾਰ ਦੇਖੀ ਜਾਂਦੇ ਵੀ ਉਹਦੇ ਪਿਸ਼ਾਬ ਦਾ ਰੰਗ ਕਿਹੋ ਜਿਹਾ ਸੀ, ਉਹਦੇ ਟਾਇਲਟ ਦਾ ਰੰਗ ਕਿਹੋ ਜਿਹਾ ਸੀ, ਵਗੈਰਾ ਵਗੈਰਾ। ਇਹ ਸਾਰੀਆਂ ਗੱਲਾਂ ਆ ਰਹੀਆਂ। ਇਹਦੇ ਤੇ ਪੁਲਿਸ ਦੀ ਜਿਹੜੀ ਹੈਗੀ ਹੈ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਹੈ, ਪੁੱਛਗਿੱਛ ਹੈ, ਉਹਦੇ ਵਿੱਚ ਵਿਘਨ ਪੈਂਦਾ ਹੈ। ਸੋ ਪੁਲਿਸ ਵਾਲਿਆਂ ਨੇ ਕਈ ਵਾਰੀ ਬੇਨਤੀਆਂ ਕੀਤੀਆਂ ਆਪਣੇ ਭਾਈਚਾਰੇ ਨੂੰ ਕਿ ਬਾਈ ਥੋੜ੍ਹਾ ਜਿਹਾ ਪਿਛਾਂਹ ਰਹੋ, ਪਰ ਆਪਾਂ, ਤੁਹਾਨੂੰ ਪਤਾ ਵੀ ਆਪਣੀ ਜਾਤ ਇਹੋ ਜਿਹੀ, ਆਪਾਂ ਕਾਹਨੂੰ ਪਿਛਾਂਹ ਹਟਣ ਵਾਲੇ ਆ। ਅਲਟੀਮੇਟਲੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ 2-3 ਗੱਡੀਆਂ ਕੱਢੀਆਂ, ਲਓ ਜੀ ਇੱਕ ਕੇਸ ਦਿਸ਼ਾ ਚਲੀ ਗਈ ਗੱਡੀ, ਕੇਸ ਕਾਫਲਿਆਂ ਦੇ ਰੂਪ ਦੇ ਵਿੱਚ ਭੇਜਤੀਆਂ ਗੱਡੀਆਂ ਵੀ ਉਹਨੂੰ ਲੈ ਗਏ ਜੀ, ਲੈ ਗਏ ਲਾਰੈਂਸ ਬਿਸ਼ਨੋਈ ਨੂੰ ਲੈ ਗਏ। ਲੇਕਿਨ ਜੋ ਮੇਰੀ ਇਤਲਾਹ ਰੱਖਿਆ ਉਹਨੂੰ ਖਰੜ ਦੇ ਵਿੱਚ ਹੀ ਹੈ। ਹੁਣ ਉਹਨਾਂ ਨੇ ਬੈਰੀਕੇਡ ਦੂਰ ਲਾ ਦਿੱਤੇ ਆ। ਸੀਨੀਅਰ ਆਫੀਸਰ ਜਿਹੜੇ ਹੈਗੇ ਹੈ ਪੰਜਾਬ ਪੁਲਿਸ ਦੇ, ਜਿਹੜੇ ਬੜੇ ਮਾਸਟਰ ਇਹਨਾਂ ਮਾਮਲਿਆਂ ਦੇ, ਉਹ ਵੀ, ਔਰ ਮਾਨਸਾ ਪੁਲਿਸ ਦੇ ਅਧਿਕਾਰੀ ਵੀ ਉਹਦੀ ਪੁੱਛਗਿੱਛ ਕਰ ਰਹੇ ਹੈ। 7 ਦਿਨਾਂ ਦਾ ਇਹ ਰਿਮਾਂਡ ਹੈ, ਪਰ ਮੇਰਾ ਖਿਆਲ ਦਾਨੇਵਾਲੀਆ ਸਾਹਿਬ ਇਹ ਰਿਮਾਂਡ 7 ਦਿਨਾਂ ਦਾ ਰਹਿਣਾ ਨਹੀਂ, ਕਿਉਂਕਿ ਜਿਹੜੀਆਂ ਹੋਰ ਵਾਰਦਾਤਾਂ ਕੀਤੀਆਂ ਉਹਦੇ ਵਿੱਚ ਵੀ ਉਹ ਰਿਮਾਂਡ ਲੈਣਗੇ। ਤੇ ਮੇਰਾ ਖਿਆਲ ਹੈ ਵੀ ਮਹੀਨੇ ਸਵਾ ਮਹੀਨੇ ਦੇ ਕਰੀਬ ਉਹਨੂੰ ਇੱਥੇ ਲਾਉਣਾ ਪੈਣਾ ਹੈ। ਤੇ ਆਮ ਤੌਰ 'ਤੇ ਪੰਜਾਬ ਪੁਲਿਸ ਬਾਰੇ ਤੁਹਾਨੂੰ ਜਾਣਦੇ ਹੋ ਤੁਸੀਂ, ਇਹਦੇ ਬਾਰੇ ਮੰਨਿਆ ਗਿਆ ਕਿ ਇਹ ਤਾਂ ਜਿਹੜੀਆਂ ਹੈਗੀਆਂ ਲੱਕੜਾਂ ਨੂੰ ਵੀ ਬੋਲਣ ਲਾ ਦਿੰਦੇ ਹੈ। ਬੋਲੂਗਾ ਜ਼ਰੂਰ, ਔਰ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਜੋ ਜਾਣਕਾਰੀ ਮਿਲੂਗੀ ਉਹਦੇ ਆਧਾਰ ਤੇ ਜੋ ਫਿਰ ਆਪਣੇ ਕੋਲ ਜਾਣਕਾਰੀ ਹੋ ਅਸੀਂ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੀ ਕਰਾਂਗੇ ਜੀ। ਅੱਛਾ ਢਿੱਲੋਂ ਸਾਹਿਬ, ਇਹ ਤੇ ਗੱਲਾਂ ਦੇ ਵਿੱਚੋਂ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਜਿਵੇਂ ਲਾਰੈਂਸ ਬਿਸ਼ਨੋਈ ਵੀ ਅਦਾਲਤ 'ਚ ਜਾ ਕੇ ਉਹਨੇ ਪ੍ਰੋਟੈਕਸ਼ਨ ਲੈ ਲਈ ਸੀ, ਇਹ ਵੀ ਤੁਹਾਨੂੰ ਯਾਦ ਹੋਣਾ ਕਿ ਇੱਕ ਯੂਪੀ ਦੇ ਗੈਂਗਸਟਰ ਨੂੰ ਪੰਜਾਬ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ, ਬੜਾ ਜ਼ੋਰ ਮਾਰਿਆ ਸੀ ਆਪਣੇ ਕੀ ਕਹਿੰਦੇ ਆ ਯੂਪੀ ਦੀ ਪੁਲਿਸ ਨੇ ਉਹਨੂੰ ਲਿਜਾਣ ਦਾ, ਪਰ ਬੜੀ ਜਹਿਦ ਤੋਂ ਬਾਅਦ ਲਿਜਾ ਸਕੀ ਸੀ। ਇਹੋ ਜਿਹੀਆਂ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜੇ ਲਾਰੈਂਸ ਬਿਸ਼ਨੋਈ ਨੂੰ ਪਹਿਲਾਂ ਰਾਜਸਥਾਨ ਰੱਖਿਆ ਗਿਆ ਤੇ ਫਿਰ ਦਿੱਲੀ ਦੇ ਵਿੱਚ ਰੱਖਿਆ ਗਿਆ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਜਿਹੜਾ ਮੁਖਤਾਰ ਅੰਸਾਰੀ ਨੂੰ ਯੂਪੀ ਤੋਂ ਲਿਆਂਦਾ ਸੀ, ਹਾਂਜੀ,
ਉਹਨੂੰ ਲਿਆਉਣ ਦਾ ਇੱਕ ਕਾਰਨ ਇਹ ਸੀ ਕਿ ਉਹਦੇ ਖਿਲਾਫ ਮੋਹਾਲੀ ਦੇ ਵਿੱਚ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਸੀ ਫਰੌਤੀ ਦਾ, ਕਿ ਉਹਨੇ ਕਿਸੇ ਠੇਕੇਦਾਰ ਤੋਂ ਫਰੌਤੀ ਲਈ ਸੀ। ਉੱਥੋਂ ਉਹਦਾ ਪ੍ਰੋਡਕਸ਼ਨ ਵਾਰੰਟ ਲਿਆਂਦਾ, ਉਹਨੂੰ ਜੇਲ੍ਹ 'ਚੋਂ ਲੈ ਕੇ ਆਏ, ਇੱਥੇ ਲਿਆਂਦਾ। ਇੱਥੇ ਉਹਨੂੰ ਜਿਹੜੀ ਹੈਗੀ ਹੈ ਸਥਾਨਕ ਜੇਲ੍ਹ ਦੇ ਵਿੱਚ, ਆਪਣੀ ਮੋਹਾਲੀ ਜਾਂ ਰੋਪੜ ਦੀ ਜੋ ਵੀ ਜੇਲ੍ਹ ਸੀ, ਉਸ ਜੇਲ੍ਹ ਦੇ ਵਿੱਚ ਟਰਾਂਸਫਰ ਕਰ ਦਿੱਤਾ ਸੀ। ਅਤੇ ਫਿਰ ਚਾਹੁੰਦੀ ਸੀ ਯੂਪੀ ਦੀ ਪੁਲਿਸ ਕਿ ਇਹਨੂੰ ਸਾਡੇ ਹਵਾਲੇ ਕੀਤਾ ਜਾਵੇ, ਲੇਕਿਨ ਹਵਾਲੇ ਨਹੀਂ ਸੀ ਕੀਤਾ। ਔਰ ਉਹਨੂੰ ਆਪਣੇ ਨਾਲ ਲਿਜਾਣ ਵਾਸਤੇ ਬਹੁਤ ਵੱਡੀ ਜਦੋਜਹਿਦ ਕਰਨੀ ਪਈ ਸੀ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ, ਔਰ ਫਿਰ ਸੁਪਰੀਮ ਕੋਰਟ ਨੇ ਕਹਿਤਾ ਸੀ ਇਹਨੂੰ ਵਾਪਸ ਲੈ ਜਾਓ, ਔਰ ਉਹਨੂੰ ਵਾਪਸ ਲੈ ਗਏ ਸੀ। ਉਸ ਕਿਸਮ ਦੀ ਇਹਦੀ ਜਿਹੜੀ ਪੋਜੀਸ਼ਨ ਹੈ, ਇਹਨੂੰ ਅਦਾਲਤਾਂ ਦੇ ਵਿੱਚੋਂ ਪ੍ਰੋਟੈਕਸ਼ਨ ਮਿਲਦੀ ਰਹੀ ਹੈ। ਉਹਨੂੰ ਅਦਾਲਤ ਨੇ ਯੂਪੀ ਦੇ ਹਵਾਲੇ ਕਰਵਾਇਆ ਸੀ, ਇੱਥੇ ਅਦਾਲਤ ਪ੍ਰੋਟੈਕਸ਼ਨ ਦਿੰਦੀ ਰਹੀ ਹੈ। ਜਦੋਂ ਚੰਡੀਗੜ੍ਹ ਪੁਲਿਸ ਨੇ ਵੀ ਇਹਦਾ ਰਿਮਾਂਡ ਮੰਗਿਆ ਸੀ, ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਇੱਥੇ ਆ ਕੇ ਪੁੱਛ ਲਓ। ਫਿਰ ਉਹਨੇ ਇੱਕ ਹੋਰ ਵੀ ਡਿਮਾਂਡ ਕੀਤੀ ਸੀ ਕਿ ਮੈਨੂੰ ਬਾਹਰ ਨਾ ਭੇਜਿਆ ਜਾਵੇ, ਮੇਰੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ੀ ਕਰਵਾਈ ਜਾਵੇ, ਕਿਉਂਕਿ ਜਿਹੜੇ ਦੂਜੇ ਗੈਂਗਸਟਰ ਹੈ, ਮੇਰੀ ਉਹਨਾਂ ਦੇ ਨਾਲ ਦੁਸ਼ਮਣੀ ਹੈ, ਉਹ ਮੈਨੂੰ ਮਾਰ ਸਕਦੇ ਆ। ਔਰ ਮਾਣਯੋਗ ਅਦਾਲਤ ਨੇ ਇਹ ਗੱਲ ਮੰਨ ਵੀ ਲਈ ਸੀ ਵੀ ਠੀਕ ਹੈ, ਤੂੰ ਇੱਥੋਂ ਕਰ ਲਾ। ਐਤਕੀ ਵੀ ਉਹਨੇ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਇਹਦੇ 'ਚ ਮੇਰੇ ਖਿਆਲ ਮੁਤਾਬਕ ਹੈ ਕਿ ਅਦਾਲਤਾਂ ਵੀ ਅੰਡਰ ਪ੍ਰੈਸ਼ਰ ਸੀ, ਕਿਉਂਕਿ ਸਿੱਧੂ ਮੂਸੇਵਾਲਾ ਸਧਾਰਨ ਬੰਦਾ ਨਹੀਂ ਸੀ। ਜਦੋਂ ਸਿੱਧੂ ਮੂਸੇਵਾਲਾ ਜਿੰਦਾ ਹੁੰਦਾ ਸੀ, ਤੁਸੀਂ ਵੀ ਕਦੇ ਅੰਦਾਜ਼ਾ ਨਹੀਂ ਲਾਇਆ ਸੀ, ਅਤੇ ਮੈਂ ਵੀ ਅੰਦਾਜ਼ਾ ਨਹੀਂ ਲਾਇਆ ਸੀ ਕਿ ਉਹਦੀ ਪਾਪੂਲੈਰਿਟੀ ਕਿੰਨੀ ਹੈ। ਲੇਕਿਨ ਉਹਦੇ ਜਾਣ ਤੋਂ ਬਾਅਦ ਜਿਵੇਂ ਸਾਰੀ ਦੁਨੀਆ ਦੇ ਵਿੱਚ ਉਹਦੇ ਹੱਕ ਦੇ ਵਿੱਚ ਇੱਕ ਆਵਾਜ਼ ਬੁਲੰਦ ਹੋਈ ਵੀ ਹੈ, ਉੱਥੋਂ ਪਤਾ ਲੱਗਦਾ ਕਿ ਬਹੁਤ ਪਾਪੂਲਰ ਸੀ। ਔਰ ਇੰਨੀ ਪਾਪੂਲੈਰਿਟੀ ਵਾਲੇ ਬੰਦੇ ਦੇ ਇੱਕ ਮੁਲਜ਼ਮ ਨੂੰ, ਉਹਦੇ ਕਤਲ ਦੇ ਮੁਲਜ਼ਮ ਨੂੰ ਪੁੱਛਗਿੱਛ ਦੀ ਇਜਾਜ਼ਤ ਨਾ ਦੇਣਾ, ਤਾਂ ਅਦਾਲਤਾਂ ਦਾ ਵੀ ਫਿਰ ਤੁਹਾਨੂੰ ਪਤਾ ਸਾਡੀਆਂ ਅਦਾਲਤਾਂ ਦੇ ਉੱਤੇ ਵੀ ਕਿੰਤੂ ਪ੍ਰੰਤੂ ਹੋਣਾ ਸੀ। ਠੀਕ ਹੈ, ਭਾਰਤ ਦੇ ਵਿੱਚ ਬੈਠੇ ਲੋਕ ਨਹੀਂ ਬੋਲਣਗੇ, ਲੇਕਿਨ ਵਿਦੇਸ਼ਾਂ ਵਾਲਿਆਂ ਦਾ ਮੂੰਹ ਨਹੀਂ ਨਾ ਫੜਿਆ ਜਾ ਸਕਦਾ। ਵਿਦੇਸ਼ਾਂ ਦੇ ਵਿੱਚੋਂ ਭਾਰਤ ਦੀ ਜੁਡੀਸ਼ਰੀ ਦੀ ਜਿਹੜੀ ਨੁਕਤਾਚੀਨੀ ਹੋਣੀ ਸੀ। ਇਸ ਕਰਕੇ ਇਹੀ ਕਾਰਨ ਹੈ ਕਿ ਐਤਕੀ ਉਹਨੂੰ ਪੰਜਾਬ ਦੇ ਹਵਾਲੇ ਕਰਤਾ। ਔਰ ਪੰਜਾਬ ਦੀ ਪੁਲਿਸ ਆਪਾਂ ਜਾਣਦੇ ਹਾਂ, ਇਹ ਇੰਨੀ ਕੁ ਸਮਰੱਥ ਹੈਗੀ ਹੈ ਕਿ ਜੇ ਇਹਨਾਂ ਨੇ ਅੰਡਰਟੇਕਿੰਗ ਦੇ ਦਿੱਤੀ ਹੈ ਤਾਂ ਕਿਸੇ ਕਿਸਮ ਦਾ ਉਹਦਾ ਨੁਕਸਾਨ ਨਹੀਂ ਹੋਊਗਾ ਜੀ। ਤੇ ਚਲੋ ਸਾਹਿਬ, ਹੁਣ ਅੱਗੇ ਚੱਲੀਏ ਤਾਂ ਕਿ ਆਪਣੇ ਭਾਰਤ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਜਿਹੜੀ ਹੈ, ਮੁਰਾਰਜੀ ਦੇਸਾਈ ਸਰਕਾਰ ਵਾਲਾ ਇਤਿਹਾਸ ਦੁਹਰਾਉਣ ਤੇ ਰਾਹ ਪੈ ਰਹੀ ਹੈ। ਇਤਿਹਾਸ ਕੀ ਸੀਗਾ ਜਿਹੜਾ ਦੁਹਰਾਉਣ ਦੇ ਰਾਹ ਪਈ ਹੈ ਜੀ? ਦੇਖੋ, ਇਤਿਹਾਸ ਇਹ, ਪਹਿਲਾਂ ਤਾਂ ਆਪਾਂ ਨੂੰ ਕਾਂਗਰਸ ਦੇ ਮੌਜੂਦਾ ਜਿਹੜੇ ਹਾਲਾਤ ਦੇ ਉੱਤੇ ਨਿਗਾਹ ਮਾਰਨੀ ਪੈਣੀ ਹੈ। ਤੁਸੀਂ ਅੱਜ ਤੋਂ 4-5 ਦਿਨ ਪਹਿਲਾਂ ਤੱਕ ਜੇ ਆਪਾਂ ਕਾਂਗਰਸ ਪਾਰਟੀ ਦੀ ਹਾਲਤ ਦੇਖੀਏ ਤਾਂ ਕਾਂਗਰਸ ਪਾਰਟੀ ਦੀ ਹਾਲਤ ਭਾਰਤ ਦੀਆਂ ਸਾਰੀਆਂ ਪਾਰਟੀਆਂ ਤੋਂ ਪਤਲੀ ਸੀ। ਵੱਡੇ ਵੱਡੇ ਲੋਕ ਕਾਂਗਰਸ ਪਾਰਟੀ ਦੇ ਛੱਡ ਕੇ ਜਾ ਰਹੇ ਆ। ਜੇ ਕੱਲ੍ਹ ਹੀ ਸਤਕਾਰ ਕੌਰ ਗਹਿਰੀ ਤੇ ਕੁਝ ਹੋਰ ਪੰਜਾਬ 'ਚੋਂ ਵੀ ਛੱਡ ਕੇ ਚਲੇ ਗਏ। ਪਿਛਲੇ ਦਿਨਾਂ ਦੇ ਵਿੱਚ ਵੀ 3-4 ਸਾਬਕਾ ਵਜ਼ੀਰ ਕਾਂਗਰਸ ਨੂੰ ਛੱਡ ਕੇ ਅਲਵਿਦਾ ਕਹਿ ਕੇ ਤੇ ਭਾਰਤੀ ਜਨਤਾ ਪਾਰਟੀ ਚਲੇ ਗਏ ਸੀ। ਉਹ ਤੋਂ ਪਹਿਲਾਂ ਆਪਾਂ ਨੂੰ ਪਤਾ ਵੀ ਜੋਤਿਰਾਦਿੱਤਿਆ ਸਿੰਧੀਆ ਤੋਂ ਹੁੰਦਾ ਹੋਇਆ ਸਿੰਧੀਆ ਚਲਾ ਗਿਆ ਸੀ ਭਾਰਤੀ ਜਨਤਾ ਪਾਰਟੀ 'ਚ। ਫਿਰ ਕਪਿਲ ਸਿੱਬਲ ਜਿਹੜੇ ਉਹ ਸਮਾਜਵਾਦੀ ਪਾਰਟੀ ਚਲੇ ਗਏ ਸੀ, ਤੇ ਡਿੱਗੂ ਕਾਂਗਰਸ ਪਾਰਟੀ ਕਰਦੀ ਹੈ। ਅਜੇ ਵੀ ਇਹ ਗੱਲਾਂ ਚੱਲਦੀਆਂ ਕਿ 3-4 MP ਜਿਹੜੇ ਹੈ ਪੰਜਾਬ ਦੇ, ਉਹ BJP 'ਚ ਜਾਣ ਨੂੰ ਤਿਆਰ ਹੈ। ਜਦੋਂ ਮਰਨਊ ਹਾਲਤ ਦੇ ਵਿੱਚ ਪਾਰਟੀ ਪਈ ਹੋਵੇ ਤੇ ਉਸ ਪਾਰਟੀ ਨੂੰ ਤੁਸੀਂ ਖੜਾ ਕਰਨ ਦਾ ਕੋਈ ਨਾ ਕੋਈ ਬਹਾਨਾ ਦੇ ਦਿਓ, ਤਾਂ ਇਹਦਾ ਮਤਲਬ ਹੈ ਫਿਰ ਆਪਾਂ ਨੂੰ ਇਤਿਹਾਸ ਦੇ ਵਰਕੇ ਫਰੋਲਣੇ ਪੈਣਗੇ ਕਿ ਕੋਈ ਕਦੇ ਪਹਿਲਾਂ ਵੀ ਅਜਿਹਾ ਹੋਇਆ। ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਨੈਸ਼ਨਲ ਹੈਲਡ ਅਖਬਾਰ ਵਾਲਾ ਇੱਕ ਕੇਸ ਹੈ। ਉਸ ਕੇਸ ਦੇ ਵਿੱਚ ਜਿਹੜਾ ਉਹ ਕੇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸੁਬਰਾਮਨੀਅਮ ਸਵਾਮੀ ਨਾਂ ਦੇ ਇੱਕ BJP ਦੇ ਲੀਡਰ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਇੱਕ ਕੇਸ ਬਣਿਆ ਸੀ, ਔਰ ਉਸ ਕੇਸ ਦੇ ਆਧਾਰ ਦੇ ਉੱਤੇ ਜਿਹੜੀ ED ਹੈ, ਇਨਫੋਰਸਮੈਂਟ ਜਿਹੜਾ ਡਾਇਰੈਕਟੋਰੇਟ ਹੈ, ਇਹਨੇ ਇੱਕ ਜਾਂਚ ਸ਼ੁਰੂ ਕਰਤੀ ਸੀ 2014 'ਚ। ਉਸ ਵੇਲੇ ਸ਼ੁਰੂ ਕਰਤੀ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਹੋਰੀ ਪ੍ਰਧਾਨ ਮੰਤਰੀ ਹੁੰਦੇ ਸੀ। 2014 ਦੇ ਵਿੱਚ ਹੀ ਪ੍ਰਧਾਨ ਮੰਤਰੀ ਬਣ ਗਏ ਸੀਗੇ ਆਪਣੇ ਨਰਿੰਦਰ ਮੋਦੀ ਸਾਹਿਬ, ਤੇ 2015 ਦੇ ਵਿੱਚ ਬਿਲਕੁਲ ਉਹਨਾਂ ਨੇ ਉਹ ਕੇਸ ਬੰਦ ਕਰਤਾ ਸੀ ED ਵਾਲਿਆਂ ਨੇ ਕਿ ਇਹਦੇ ਵਿੱਚ ਕੋਈ ਸਬੂਤ ਨਹੀਂ। ਲੇਕਿਨ ਹੁਣ ਦੁਬਾਰਾ ਫਿਰ ਉਹ ਕੇਸ ਖੋਲ੍ਹ ਲਿਆ, ਤੇ ਪਿਛਲੇ ਦਿਨਾਂ ਦੇ ਵਿੱਚ ਸੋਨੀਆ ਗਾਂਧੀ ਨੂੰ ਤੇ ਰਾਹੁਲ ਗਾਂਧੀ ਨੂੰ ਸੰਮਨ ਕਰ ਲਿਆ ਸੀ। ਰਾਹੁਲ ਉਸ ਵੇਲੇ ਬਾਹਰ ਸੀ, ਸੋਨੀਆ ਜਿਹੜੀ ਹੈਗੀ ਆ ਉਹ ਇੱਥੇ ਸੀ। ਉਹਨੇ ਕਹਿਤਾ ਸੀ ਮੈਂ ਅਪੀਅਰ ਹੋਊਂਗੀ ED ਦੇ ਸਾਹਮਣੇ, ਲੇਕਿਨ ਅਚਾਨਕ ਉਹਨੂੰ ਕਰੋਨਾ ਹੋ ਗਿਆ। ਉਹ ਕਰੋਨਾ ਦੀ ਵਜ੍ਹਾ ਕਾਰਨ ਆ ਨਹੀਂ ਸਕੀ। ਹੁਣ ਇਹ ਬਾਹਰੋਂ ਆ ਗਿਆ ਰਾਹੁਲ, ਤੇ ਰਾਹੁਲ ਨੇ ਕਹਿਤਾ ਮੈਂ ਜਾਊਂਗਾ। ਇਸ ਵੇਲੇ ਵੀ ਸੋਨੀਆ ਗਾਂਧੀ ਜਿਹੜੀਆਂ ਕੰਪਲੀਕੇਸ਼ਨਸ ਹੈਗੀਆਂ ਆਫਟਰ ਕਰੋਨਾ, ਉਹਦੀ ਵਜ੍ਹਾ ਕਾਰਨ ਹਸਪਤਾਲ ਦੇ ਵਿੱਚ, ਸਰ ਗੰਗਾ ਰਾਮ ਹਸਪੀਟਲ ਦੇ ਵਿੱਚ ਉਹ ਐਡਮਿਟ ਹੈ। ਰਾਹੁਲ ਗਾਂਧੀ ਪਰਸੋਂ ਵੀ ਪੇਸ਼ ਹੋਇਆ ਸੀ, ਕੱਲ੍ਹ ਵੀ ਪੇਸ਼ ਹੋਇਆ, ਤੇ ਅੱਜ ਵੀ ਉਹਨੂੰ ਬੁਲਾਇਆ ਹੋਇਆ। 3 ਦਿਨ ਹੋ ਗਏ ਲਗਾਤਾਰ, ਤੇ 3 ਦਿਨਾਂ ਦੇ ਵਿੱਚ ਉਹ ਤੋਂ ਬਹੁਤ ਲੰਬੀ ਚੌੜੀ ਪੁੱਛਗਿੱਛ ਕੀਤੀ ਹੈ। ਔਰ ਇਹਦਾ ਨਾਲ ਦੀ ਨਾਲ ਵਿਰੋਧ ਹੋ ਰਿਹਾ ਸਾਰੇ ਭਾਰਤ ਦੇ ਵਿੱਚੋਂ। ਸਾਰੇ DC ਦਫ਼ਤਰਾਂ ਦੇ ਸਾਹਮਣੇ ਕਾਂਗਰਸ ਪਾਰਟੀ ਵਾਲੇ ਕਿਤੇ 5 ਹੈ ਤੇ ਕਿਤੇ 50 ਹੈ। ਉਹ ਪੂਰੀ ਜਿਹੜੀ ਹੈਗੀ ਆ ਉੱਥੇ ਆਪਣੀ ਜਿਹੜੀ ਹੈ ਜਦੋਜਹਿਦ ਕਰਦੇ ਆ, ਵਿਰੋਧਤਾ ਕਰ ਰਹੇ ਹੈ। ਤੇ ਜੇ ਦਿੱਲੀ ਦੀ ਆਪਾਂ ਸਥਿਤੀ ਦੇਖੀ ਤਾਂ ਦਿੱਲੀ ਦੇ ਵਿੱਚ ਹਜ਼ਾਰਾਂ ਕਾਂਗਰਸੀ ਹੈ ਜਿਹੜੇ ਉਹ ਇਕੱਠੇ ਹੋ ਕੇ ED ਦੇ ਦਫ਼ਤਰ ਵੱਲ ਨੂੰ ਜਾ ਰਹੇ ਹੈ।
ਤੇ ਉਹਦੇ ਵਿੱਚ ਉਹਨਾਂ ਦੀ ਜੀ ਘੇਰਾ ਘਰਾਈ ਵੀ ਹੁੰਦੀ ਹੈ, ਕੁਝ ਬੰਦਿਆਂ ਦੀ ਫੜਾ ਫੜਾਈ ਵੀ ਹੁੰਦੀ ਹੈ। ਜਿਵੇਂ ਤੁਸੀਂ ਦੇਖੋ ਕਿ ਭੁਪੇਸ਼ ਬਘੇਲ ਜਿਹੜਾ ਛੱਤੀਸਗੜ੍ਹ ਦਾ ਚੀਫ ਮਿਨਿਸਟਰ ਹੈ, ਉਹਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ। ਡੰਡਾ ਵੀ ਚੱਲਿਆ ਤੇ ਜੀ ਡੰਡੇ ਦੇ ਵਿੱਚ ਜਿਹੜਾ ਆਪਣੇ ਪੀ ਚਿਦੰਬਰਮ ਹੈ, ਪੀ ਚਿਦੰਬਰਮ ਦੀ ਪਸਲੀ ਦੇ ਉੱਤੇ ਵੀ ਥੋੜੀ ਜਿਹੀ ਜਿਹੜੀ ਜਰਬ ਆਈ ਹੈ, ਉਹਦੇ ਤੇ ਕੋਈ ਸੱਟ ਲੱਗੀ ਵੀ ਹੈ। ਇਹ ਸਾਰਾ ਕੁਝ ਚੱਲੀ ਜਾਂਦਾ ਹੈ। ਇਹਦੇ ਤੇ ਉਹਨੂੰ ਸਵਾਲ ਇਹ ਪੈਦਾ ਹੁੰਦਾ ਵੀ ਕੀ ਨਰਿੰਦਰ ਮੋਦੀ ਕਿਤੇ ਉਹ ਗਲਤੀ ਤਾਂ ਨਹੀਂ ਕਰ ਰਿਹਾ ਜਿਹੜੀ ਗਲਤੀ ਕਿਸੇ ਵੇਲੇ ਮੁਰਾਰਜੀ ਦੇਸਾਈ ਹੋਰਾਂ ਨੇ ਕੀਤੀ ਸੀ। ਤੁਹਾਨੂੰ ਪਤਾ ਹੈ ਜੀ ਕਿ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਇਸ ਦੇਸ਼ ਦੇ ਵਿੱਚ ਐਮਰਜੈਂਸੀ ਲਾਈ ਸੀ। ਐਮਰਜੈਂਸੀ ਲਾਈ ਸੀ, ਜਦੋਂ ਦਿਨ ਆਉਣ ਵਾਲੇ ਐਮਰਜੈਂਸੀ ਐਮਰਜੈਂਸੀ ਲੱਗੀ ਹੈ ਤੇ ਉਸ ਵੇਲੇ ਉਹ ਐਮਰਜੈਂਸੀ ਦੀ ਵਜ੍ਹਾ ਕਾਰਨ ਲੋਕਾਂ ਦੀ ਸਥਿਤੀ ਇੰਨੀ ਹੋ ਗਈ ਸੀ ਕਿ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਸੀ। ਸਾਰੀ ਜਿਵੇਂ ਕਹਿੰਦੇ ਹੁੰਦੇ ਆਪਾਂ ਸੁੱਤੀ ਗੰਗਾ ਬਸਦੀ ਸੀ। ਫਿਰ ਇੱਕ ਮੌਕਾ ਉਹ ਆਇਆ ਜਦੋਂ ਇੰਦਰਾ ਗਾਂਧੀ ਨੇ ਸੋਚਿਆ ਕਿ ਹੁਣ ਆਪਾਂ ਇਹਨੂੰ ਐਮਰਜੈਂਸੀ ਨੂੰ ਹਟਾ ਲਈਏ। ਤੇ ਤੁਹਾਨੂੰ ਇਹ ਪਤਾ ਕਿ ਇੰਦਰਾ ਗਾਂਧੀ ਬਹੁਤ ਲੰਬਾ ਸਮਾਂ ਇਸ ਦੇਸ਼ ਦੀ ਪ੍ਰਧਾਨ ਮੰਤਰੀ ਰਹੀ ਹੈ। 1966 ਦੇ ਵਿੱਚ ਉਹ ਪਹਿਲੀ ਵਾਰੀ ਬਣੀ ਸੀ ਔਰ ਜਿਹੜੀ ਹੈ 1977 ਤੱਕ ਉਹ ਪ੍ਰਧਾਨ ਮੰਤਰੀ ਰਹੀ ਹੈ। ਜਿਹੜੀ ਐਮਰਜੈਂਸੀ ਹਟਾਈ ਹੈ ਉਹ 21 ਮਾਰਚ 1977 ਨੂੰ ਹਟਾਈ ਸੀ ਔਰ ਫਿਰ ਚੋਣਾਂ ਦਾ ਐਲਾਨ ਕਰਤਾ ਸੀ ਇੰਦਰਾ ਗਾਂਧੀ ਨੇ 21 ਮਾਰਚ 1977 ਨੂੰ। ਉਦੋਂ ਹੀ ਕਰਤਾ ਸੀ, ਉਦੋਂ ਹੀ ਐਮਰਜੈਂਸੀ ਹਟਾ ਲਈ ਤੇ ਉਦੋਂ ਹੀ ਉਹਨੇ ਚੋਣਾਂ ਦਾ ਐਲਾਨ ਕਰ ਦਿੱਤਾ ਤੇ ਸਰਕਾਰ ਬਣ ਗਈ ਸੀ ਜਨਤਾ ਪਾਰਟੀ ਦੀ। ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਬਣੇ ਸੀਗੇ ਮੁਰਾਰਜੀ ਦੇਸਾਈ ਤੇ ਗ੍ਰਹਿ ਮੰਤਰੀ ਬਣ ਗਏ ਸੀ ਚੌਧਰੀ ਚਰਨ ਸਿੰਘ। ਕਿਉਂਕਿ ਇੰਦਰਾ ਗਾਂਧੀ ਪ੍ਰਤੀ ਲੋਕਾਂ ਨੂੰ ਨਫ਼ਰਤ ਬਹੁਤ ਜ਼ਿਆਦਾ ਸੀ। ਇੰਦਰਾ ਗਾਂਧੀ ਦੀ ਪਾਰਟੀ ਨਹੀਂ ਹਾਰੀ, ਉਹਨਾਂ ਚੋਣਾਂ ਦੇ ਵਿੱਚ ਇੰਦਰਾ ਗਾਂਧੀ ਖੁਦ ਵੀ ਹਾਰ ਗਈ ਸੀ ਤੇ ਇੰਦਰਾ ਗਾਂਧੀ ਦਾ ਬੇਟਾ ਸੰਜੇ ਗਾਂਧੀ ਵੀ ਹਾਰ ਗਿਆ ਸੀ। ਔਰ ਲੋਕਾਂ ਨੂੰ ਇੰਨੀ ਨਫ਼ਰਤ ਸੀ ਕਿ ਲੋਕ ਇਹ ਚਾਹੁੰਦੇ ਸੀਗੇ ਕਿ ਇੰਦਰਾ ਗਾਂਧੀ ਨੂੰ ਮਤਲਬ ਜਿਹੜਾ ਦੇਸ਼ ਨਿਕਾਲਾ ਹੀ ਦਿੱਤਾ ਜਾਵੇ। ਲੇਕਿਨ ਗਲਤੀ ਇਹ ਕੀਤੀ ਕਿ ਪਹਿਲੀ ਜਿਹੜੀ ਹੈਗੀ ਹੈ ਇੰਦਰਾ ਗਾਂਧੀ ਨੂੰ 3 ਅਕਤੂਬਰ 1977 ਨੂੰ CBI ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਜ਼ਰੂਰ ਕਰ ਲਿਆ ਲੇਕਿਨ ਉਹਦੇ ਖਿਲਾਫ ਸਬੂਤ ਕੋਈ ਐਡੇ ਹੈ ਨਹੀਂ ਸੀ ਤੇ ਅਗਲੇ ਦਿਨ ਹੀ ਉਹਦੀ ਜ਼ਮਾਨਤ ਹੋ ਗਈ। ਇਹਦੇ ਨਾਲ ਲੋਕਾਂ ਨੂੰ ਹੋਇਆ ਵੀ ਇਹ ਠੀਕ ਹੈ। ਉਹ ਤੋਂ ਬਾਅਦ ਕੀ ਹੋਇਆ, ਫਿਰ ਅੱਗੇ 1978 ਆ ਜਾਂਦੀ ਹੈ ਤੇ 19 ਦਸੰਬਰ 1978 ਨੂੰ ਇੰਦਰਾ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚੋਂ ਹਟਾ ਦਿੱਤਾ ਸੀ। ਇੱਥੇ ਮੈਂ ਇਹ ਦੱਸ ਦੇਵਾਂ ਕਿ ਇੰਦਰਾ ਗਾਂਧੀ ਜਦੋਂ 1977 ਦੀਆਂ ਚੋਣਾਂ ਹਾਰ ਗਈ ਸੀ, ਉਹ ਤੋਂ ਬਾਅਦ ਕਰਨਾਟਕਾ ਦੇ ਵਿੱਚ ਇੱਕ ਹਲਕਾ ਬਲੇਰੀ ਔਰ ਉਹ ਬਲੇਰੀ ਹਲਕੇ ਤੋਂ ਦੁਬਾਰਾ ਉਹਨੇ ਚੋਣ ਲੜੀ ਸੀ ਤੇ ਉੱਥੋਂ ਉਹ ਜਿੱਤ ਕੇ ਆ ਗਈ ਸੀ। ਹਾਲਾਂਕਿ ਉਹ ਜਿੱਤ ਕੇ ਆਈ ਸੀ ਲੇਕਿਨ ਬਹੁਮਤ ਦੇ ਲਿਹਾਜ਼ ਦੇ ਨਾਲ ਇੱਕ ਮਤਾ ਪਾਸ ਕਰਕੇ ਪਾਰਲੀਮੈਂਟ ਦੇ ਵਿੱਚੋਂ ਉਹਦੀ ਜਿਹੜੀ ਹੈ ਮੈਂਬਰਸ਼ਿਪ ਹੈ ਜਿਹੜੀ ਲੋਕ ਸਭਾ ਦੀ ਉਹ ਬਰਖਾਸਤ ਕਰਤੀ ਸੀ। ਉਸ ਵੇਲੇ ਇੰਦਰਾ ਗਾਂਧੀ ਜਿਹੜੀ ਹੈ ਉਹ ਅੰਦਰ ਸੀ ਪਾਰਲੀਮੈਂਟ ਦੇ ਔਰ ਉਹਨੇ ਸਪੀਕਰ ਨੂੰ ਇਹ ਸੁਨੇਹਾ ਭੇਜਤਾ ਕਿ ਜਿੰਨੀ ਦੇਰ ਤੱਕ ਮੈਨੂੰ ਬਰਖਾਸਤਗੀ ਪੱਤਰ ਨਹੀਂ ਦਿੰਦੇ ਮੈਂ ਪਾਰਲੀਮੈਂਟ ਦੇ ਅੰਦਰੋਂ ਬਾਹਰ ਨਹੀਂ ਜਾਂਦੀ। ਰਾਤ ਨੂੰ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਬਰਖਾਸਤਗੀ ਦਾ ਪੱਤਰ ਦਿੱਤਾ ਗਿਆ ਤੇ ਜਦੋਂ ਬਾਹਰ ਨਿਕਲਣ ਲੱਗੀ ਨਾਲ ਦੀ ਨਾਲ ਹੀ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਗ੍ਰਿਫਤਾਰ ਕਰਕੇ ਉਹਨੂੰ ਲਗਭਗ ਹਫ਼ਤਾ 10 ਦਿਨ ਜੇਲ੍ਹ ਦੇ ਵਿੱਚ ਰੱਖਿਆ ਸੀ ਤੇ ਫਿਰ ਉਹਦੀ ਜ਼ਮਾਨਤ ਹੋ ਗਈ। ਹੁਣ ਦੇਖੋ ਕਿ ਜਿਸ ਇੰਦਰਾ ਗਾਂਧੀ ਨੂੰ 1977 ਦੇ ਵਿੱਚ ਲੋਕਾਂ ਨੇ ਇੰਨੀ ਭੈੜੀ ਹਾਰ ਦਿੱਤੀ ਸੀ, ਉਹ ਇੰਦਰਾ ਗਾਂਧੀ ਦੁਬਾਰਾ 1980 ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਉਹਨਾਂ ਚੋਣਾਂ ਦੇ ਵਿੱਚ ਦੁਬਾਰਾ ਫੇਰ ਜਿੱਤ ਕੇ ਸਾਹਮਣੇ ਆਉਂਦੀ ਹੈ। ਕਿਉਂ ਆਈ? ਕਿਉਂਕਿ ਲੋਕਾਂ ਨੂੰ ਉਹਦੇ ਨਾਲ ਹਮਦਰਦੀ ਪੈਦਾ ਹੋ ਗਈ ਕਿ ਖਾਹ ਮਖਾਹ ਉਜੜੀਆਂ ਖੱਡਾਂ 'ਚ ਹੱਥ ਦੇਈ ਜਾਂਦੇ ਆ। ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਵਾਅਦੇ ਤਾਂ ਪੂਰੇ ਨਹੀਂ ਕਰ ਰਹੇ। ਇੰਦਰਾ ਗਾਂਧੀ ਨੂੰ ਫੜ ਲੈਂਦੇ, ਉਹਦੇ ਖਿਲਾਫ ਤਾਂ ਕੁਛ ਹੈ ਹੀ ਨਹੀਂ। ਔਰ ਇੰਦਰਾ ਗਾਂਧੀ ਦੇ ਹੱਕ ਦੇ ਵਿੱਚ ਇੱਕ ਹਮਦਰਦੀ ਦੀ ਲਹਿਰ ਚੱਲੀ ਤੇ ਨਤੀਜਾ ਹੋਇਆ ਸੀ ਕਿ 1980 ਦੇ ਵਿੱਚ ਉਹਨੇ ਵਿਰੋਧੀਆਂ ਨੂੰ ਨੱਕ ਨਾਲ ਚਨੇ ਚਬਾ ਕੇ ਤੇ ਦੁਬਾਰਾ ਸਰਕਾਰ ਫੇਰ ਬਣਾ ਲਈ ਸੀ ਤੇ ਉਹ ਉਨੀ ਦੇਰ ਤੱਕ ਪ੍ਰਧਾਨ ਮੰਤਰੀ ਰਹੀ ਜਿੰਨੀ ਦੇਰ ਤੱਕ ਉਹਦਾ ਕਤਲ ਨਹੀਂ ਸੀ ਹੋ ਗਿਆ। ਇਹ ਆਪਣੇ ਸਾਹਮਣੇ ਸਭ ਕੁਝ। ਇਹਦੇ ਨਾਲ ਹੀ ਮੈਂ ਇੱਕ ਅਗਲੀ ਵੀ ਤੁਹਾਨੂੰ ਮਿਸਾਲ ਦੇਣੀ ਚਾਹੂੰਗਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਮਿਆਂ ਤੋਂ ਵੱਧ ਜਾਇਦਾਦ ਰੱਖਣ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਲੇਕਿਨ ਜਦੋਂ ਅਗਲੀ 2007 ਵਾਲੀ ਚੋਣ ਆਈ ਤੇ ਉਹਦੇ ਵਿੱਚ ਉਹ ਦੋਨੇ ਹੀਰੋ ਬਣ ਕੇ ਉੱਭਰੇ ਸੀ ਤੇ ਸਰਕਾਰ ਉਹਨਾਂ ਦੀ ਫੇਰ ਬਣ ਗਈ ਸੀ। ਸਾਡੇ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਇਹਨਾਂ ਨੂੰ ਇਸ ਗੱਲ ਦਾ ਇਤਰਾਜ਼ ਹੁੰਦਾ ਕਿ ਜੀ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ? ਉਹਨੇ ਇਸੇ ਕਰਕੇ ਨਹੀਂ ਅੰਦਰ ਦਿੱਤਾ ਸੀ ਵੀ ਜੇ ਅੰਦਰ ਦੇ ਦਿੱਤੇ ਤਾਂ ਦੁਬਾਰਾ ਹੀਰੋ ਫੇਰ ਬਣ ਜਾਣਗੇ। ਹੁਣ ਵੀ ਤੁਸੀਂ ਦੇਖੋ ਕਿ ਸਰਕਾਰ ਆਮ ਆਦਮੀ ਪਾਰਟੀ ਵਾਲਿਆਂ ਦੀ ਬਣ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਮਿਸਟਰ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਸਾਰੇ ਘਟਨਾਕ੍ਰਮ ਦੀ ਜਾਂਚ ਤਾਂ ਮੁਕੰਮਲ ਹੋਈ ਪਈ ਹੈ। ਉਹ ਤਾਂ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕਰ ਲਈ ਸੀ। ਸਿਰਫ ਤੇ ਸਿਰਫ ਸਰਕਾਰ ਬਣਨ ਦੀ ਦੇਰ ਹੈ। ਤੁਸੀਂ ਸਰਕਾਰ ਬਣਦੇ ਤਾਂ 24 ਘੰਟਿਆਂ 'ਚ ਫੜ ਕੇ ਅਸੀਂ ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਅੰਦਰ ਦੇ ਦੇਂਗੇ, ਪਰ ਕੋਈ ਦਿੱਤਾ? ਇਹ ਵੀ ਇਹਨਾਂ ਨੂੰ ਵੀ ਪਤਾ ਕਿ ਜੇ ਹੱਥ ਪਾ ਲਿਆ ਤੇ ਹੀਰੋ ਬਣ ਜਾਣਗੇ। ਇਸ ਕਰਕੇ ਮੇਰੇ ਖਿਆਲ ਮੁਤਾਬਕ ਨਰਿੰਦਰ ਮੋਦੀ ਵੀ ਉਸੇ ਰਾਹ ਪੈ ਗਿਆ ਜਿਹੜੇ ਰਾਹ ਇੰਦਰਾ ਗਾਂਧੀ ਪਈ ਸੀ।
ਰਾਹੁਲ ਗਾਂਧੀ ਜੀ ਨੂੰ ਆਪਾਂ ਵੀ ਮੈਂ ਤਾਂ ਮੰਨ ਕੇ ਤੁਰਦਾ ਕਿ ਰਾਹੁਲ ਗਾਂਧੀ ਕਦੇ ਵੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ, ਪਰ ਲੱਗਦਾ ਦਾਨੇਵਾਲੀਆ ਸਾਹਿਬ ਇਉਂ ਹੈ ਕਿ ਨਰਿੰਦਰ ਮੋਦੀ ਨੂੰ ਮੱਲੋ ਮੱਲੀ ਪ੍ਰਧਾਨ ਮੰਤਰੀ ਬਣਾ ਕੇ ਹਟੂਗਾ, ਕਿਉਂਕਿ ਜਿਹੜਾ ਰਾਹੁਲ ਗਾਂਧੀ ਅੱਜ ਤੋਂ ਹਫ਼ਤਾ ਪਹਿਲਾਂ ਨੂੰ ਕੋਈ ਬੇਰਾਂ ਬੱਟੇ ਨਹੀਂ ਪੁੱਛਦਾ ਸੀ, ਹੁਣ ਉਹ ਲੀਡਰ ਬਣ ਗਿਆ। ਅੱਜ ਉਹਦੇ ਮਗਰ ਜਿਹੜੇ ਹੈਗੇ ਕਾਂਗਰਸੀ ਜਿਹੜੇ ਹੈਗੇ ਬਾਮਾ ਕਰਦੇ, ਤੇ ਲੋਕਾਂ ਦੇ ਵਿੱਚ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ। ਥੱਲੇ ਜੇ ਅਸੀਂ ਗਰਾਊਂਡ ਤੇ ਦੇਖੀਏ, ਜ਼ਮੀਨ ਤੇ ਦੇਖੀਏ, ਤਾਂ ਲੋਕ ਕਹਿੰਦੇ ਯਾਰ ਇਹ ਧੱਕਾ ਕਰੀ ਜਾਂਦੀ ਹੈ, ਐਵੇਂ ਖਾਮਖਾ ਧੱਕਾ ਕਰੀ ਜਾਂਦੀ, ਇਹਨਾਂ ਨੇ ਕਰਾਉਣਾ ਉਹ ਤੋਂ ਕੀ ਹੈ ਜੀ। ਸੋ ਇਹਦਾ ਫਿਰ ਦੇਖਦੇ ਹਾਂ ਅਸਰ, ਸ਼ਾਇਦ ਕੁਛ ਨਾ ਕੁਛ ਵੋਟਾਂ ਦੀ ਗਿਣਤੀ 'ਚ ਵਾਧੇ ਦਾ ਆਪਾਂ ਸੰਗਰੂਰ ਤੋਂ ਵੀ ਉਮੀਦ ਕਰ ਸਕਦੇ ਹਾਂ। ਬਿਲਕੁਲ ਬਿਲਕੁਲ, ਸੰਗਰੂਰ ਦੇ ਵਿੱਚ ਮੇਰੇ ਖਿਆਲ ਮੁਤਾਬਕ ਜੇ ਆਪਾਂ ਦੇਖੀਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਜਿੰਨੀਆਂ ਸੀਟਾਂ ਉਹਨਾਂ ਨੂੰ ਵੋਟਾਂ ਮਿਲਦੀਆਂ ਸੀ ਕਾਂਗਰਸ ਨੂੰ, ਐਤਕੀ ਇਹ ਜਿਹੜਾ ਹੁਣ ਵਾਲਾ ਜਿਹੜਾ ਰਿਜ਼ਲਟ ਹੈ, ਰਿਜ਼ਲਟ ਦੱਸੂਗਾ ਕਿ ਸੰਗਰੂਰ ਪਾਰਲੀਮਾਨੀ ਹਲਕੇ 'ਚੋਂ ਵਿਧਾਨ ਸਭਾ ਵੇਲੇ ਕਿੰਨੀਆਂ ਪਈਆਂ ਸੀ ਤੇ ਹੁਣ ਕਿੰਨੀਆਂ ਪੈ ਗਈਆਂ। ਇਨ ਕੇਸ ਜੇ ਇੱਥੇ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਵੱਧ ਜਾਂਦਾ ਤਾਂ ਨਿਸ਼ਚੈ ਫਿਰ ਆਪਾਂ ਨੂੰ ਮੰਨਣਾ ਪਊਗਾ ਕਿ ਇਹਦੇ ਨਾਲ ਜਿਹੜੇ ਕਾਂਗਰਸ ਪਾਰਟੀ ਨੂੰ ਤਕੜਾ ਖੁਦ ਮਤਲਬ ਭਾਰਤੀ ਜਨਤਾ ਪਾਰਟੀ ਨੇ ਕਰਨ ਦੇ ਵਿੱਚ ਆਪਣੀ ਭੂਮਿਕਾ ਅਦਾ ਕੀਤੀ ਹੈ ਜੀ। ਜੀ ਜੀ, ਤੇ ਢਿੱਲੋਂ ਸਾਹਿਬ ਹੁਣ ਆਪਾਂ ਗੱਲ ਕਰੀਏ, ਜਿਵੇਂ ਗੱਲ ਕੀਤੀ ਸੀ ਮੋਦੀ ਵਾਅਦੇ ਪੂਰੇ ਕਰਨ ਪਿੱਛੇ ਨਹੀਂ ਚੱਲ ਰਿਹਾ, ਵਾਅਦੇ ਬੜੇ ਔਖੇ ਹੁੰਦੇ ਆ ਵਫਾ ਕਰਨੇ, ਪਰ ਹੁਣ ਕਹਿੰਦੇ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰਤਾ। ਦਾਨੇਵਾਲੀਆ ਸਾਹਿਬ 1.5 ਸਾਲ ਰਹਿ ਗਿਆ ਇਲੈਕਸ਼ਨ ਹੋਣ 'ਚ, 2024 ਦੇ ਵਿੱਚ ਇਲੈਕਸ਼ਨ ਹੋਣੇ ਆ ਮਈ ਮਹੀਨੇ 'ਚ ਹੀ, ਤੇ ਪ੍ਰਧਾਨ ਮੰਤਰੀ ਸਾਹਿਬ ਨੇ 1.5 ਸਾਲ, ਮੈਂ ਤਾਂ ਕਹਿੰਦਾ ਵੀ ਆ ਜਿਹੜਾ ਪ੍ਰੋਸੈਸਰ ਹੈ ਨੌਕਰੀਆਂ ਵਾਲਾ, ਇਹ 1.5 ਸਾਲ ਦਾ ਸਮਾਂ ਹੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਹੁਕਮ ਕਰਤਾ ਕਿ ਜਿੰਨੀਆਂ ਖਾਲੀ ਅਸਾਮੀਆਂ ਪਈਆਂ ਉਹਨਾਂ ਖਾਲੀ ਅਸਾਮੀਆਂ ਨੂੰ ਭਰਨ ਵਾਸਤੇ ਭਾਈ ਆਪਦੇ ਲੰਗਰ ਲੰਗੋਟੇ ਕੱਸ ਲਓ, ਕਮਰ ਕਸੇ ਕਰ ਲਓ, ਤੇ ਆਪਾਂ ਹੁਣੇ ਬੰਦੇ ਭਰਤੀ ਕਰ ਦੇਣੇ, ਖਾਲੀ ਅਸਾਮੀ ਇੱਕ ਵੀ ਨਹੀਂ ਛੱਡਣੀ। ਉਹ ਕਹਿੰਦੇ ਜੀ 10 ਲੱਖ ਬੰਦਿਆਂ ਨੂੰ ਹੁਣ ਅਸੀਂ ਭਰਤੀ ਕਰਾਂਗੇ। ਹੁਣ 10 ਲੱਖ ਬੰਦਿਆਂ ਨੂੰ ਭਰਤੀ ਕਰਨਗੇ, ਸੀਟਾਂ ਕਿਹੜੀਆਂ ਤੇ ਕਰਨਗੇ? ਅਸਾਮੀਆਂ ਤਾਂ ਉਹ ਨੇ ਜਿਹੜੀਆਂ ਪਹਿਲਾਂ ਖਾਲੀ ਹੈ, ਤੇ ਉਹ ਖਾਲੀ ਅੱਜ ਦੀਆਂ ਨਹੀਂ, ਪਤਾ ਨਹੀਂ ਕਿੰਨੇ ਵਰਿਆਂ ਤੋਂ ਖਾਲੀ ਪਈਆਂ, ਕਿੰਨੇ ਵਰਿਆਂ ਦੀਆਂ, ਕਈ ਤਾਂ ਕਲੈਪਸ ਵੀ ਹੋ ਗਈਆਂ, ਕਈ ਕਲੈਪਸ ਵੀ ਹੋ ਗਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਨਵੇਂ ਬੰਦਿਆਂ ਨੂੰ ਰੁਜ਼ਗਾਰ ਤੁਸੀਂ ਕਿੰਨੇ ਦੇਵੋਗੇ? ਜਿਹੜੇ ਪੁਰਾਣੇ ਰੁਜ਼ਗਾਰ ਤੇ ਹੈ ਤਾਂ ਬਸ ਜੇ ਉਹਨੇ ਕੁਛ ਰਿਟਾਇਰ ਹੋ ਗਏ, ਕੁਛ ਦੀ ਡੈਥ ਹੋ ਗਈ, ਉਹਨਾਂ ਦੀ ਥਾਂ ਦੇ ਉੱਤੇ ਭਰਤੀ ਕਰ ਲੈਣਗੇ। ਇਹਦੇ ਤੋਂ ਮੈਨੂੰ ਇਹ ਲੱਗਦੀ ਹੈ ਕਿ ਜਿਹੜਾ ਮੋਦੀ ਸਾਹਿਬ ਆ ਉਹ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਗੁੰਮਰਾਹ ਕਰ ਰਹੇ। ਹੁਣ ਤੁਸੀਂ ਪੁੱਛੋਗੇ, ਸਾਡੇ ਸਰੋਤੇ ਵੀ ਕਹਿਣਗੇ ਵੀ ਤੁਸੀਂ ਗੁੰਮਰਾਹ ਕਰਨ ਦਾ, ਦੇਸ਼ ਦਾ ਪ੍ਰਧਾਨ ਮੰਤਰੀ, ਐਡੇ ਵੱਡੇ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ਾਂ 'ਚ ਜਾਂਦਾ ਹੈ ਤੇ ਉਹਦੀ ਮਹਿਮਾ ਹੁੰਦੀ ਹੈ, ਤੇ ਕਈ ਵਾਰੀ ਜਦੋਂ ਸਾਰੇ ਦੇਸ਼ਾਂ ਦੇ ਕਈ ਵਾਰੀ ਉਹ ਕਈ ਸਮਾਗਮਾਂ 'ਚ ਇਕੱਠੇ ਹੋ ਜਾਂਦੇ ਨਾ ਵੱਡੇ ਵੱਡੇ ਜਿਹੜੇ ਲੀਡਰ ਹੈ, ਉਹਦੇ ਵਿੱਚ ਜੋ ਬਾਈਡਨ ਵੀ ਆ ਜਾਂਦੇ ਆ, ਦੂਜੇ ਅਮਰੀਕਾ ਵਾਲੇ ਵੀ, ਕੈਨੇਡਾ ਵਾਲੇ ਵੀ ਆ ਜਾਂਦੇ ਆ, ਦੂਜੇ ਵੀ ਆ ਜਾਂਦੇ ਆ, ਇੰਗਲੈਂਡ ਵਾਲੇ ਵੀ ਆ ਜਾਂਦੇ ਆ, ਤੇ ਤੁਸੀਂ ਦੇਖਿਆ ਉਹਨਾਂ ਦੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੂਜਿਆਂ ਨਾਲੋਂ ਇੱਕ ਕਦਮ ਮੂਹਰੇ ਹੋ ਜਾਂਦੇ ਹੁੰਦੇ ਹੈ, ਤੇ ਇੱਥੇ ਭਗਤ ਜਿਹੜੇ ਤਾੜੀਆਂ ਮਾਰਨ ਲੱਗ ਜਾਂਦੇ ਵੀ ਦੇਖਿਆ ਕਿੱਡਾ ਸਾਡਾ ਪ੍ਰਧਾਨ ਮੰਤਰੀ ਕਿੰਨਾ ਤਾਕਤਵਰ ਹੈ, ਵੀ ਹੁਣ ਤਾਂ ਦੂਜਿਆਂ ਨੇ ਵੀ ਸਰਦਾਰੀ ਮੰਨ ਲਈ, ਇਹਨੂੰ ਮੂਹਰੇ ਲਾਉਂਦੇ ਹੈ, ਸਭ ਤੋਂ ਮੂਹਰੇ ਇਹ ਤੁਰਦਾ ਹੁੰਦਾ ਹੈ। ਪਰ ਜੇ ਅਸੀਂ ਅਮਲ ਦੇ ਵਿੱਚ ਦੇਖੀਏ ਕੀਤਾ ਕੀ ਹੈ, ਇਸ ਸਰਕਾਰ ਦੇ ਬਣਨ ਤੋਂ ਪਹਿਲਾਂ ਮੋਦੀ ਸਾਹਿਬ ਨੇ ਲੋਕਾਂ ਨਾਲ ਇੱਕ ਪ੍ਰੋਮਿਸ ਕੀਤਾ ਸੀ ਕਿ ਅਸੀਂ ਹਰ ਸਾਲ 2 ਕਰੋੜ ਨੌਕਰੀਆਂ ਨਵੀਆਂ ਨੌਕਰੀਆਂ ਪੈਦਾ ਕਰਾਂਗੇ, 2 ਕਰੋੜ ਲੋਕਾਂ ਨੂੰ ਰੁਜ਼ਗਾਰ ਦਿਆ ਕਰਨਗੇ। ਦਾਨੇਵਾਲੀਆ ਸਾਹਿਬ ਸਰਕਾਰ ਬਣੀ ਨੂੰ, ਮੋਦੀ ਸਰਕਾਰ ਨੂੰ ਹੋ ਗਿਆ 8 ਸਾਲ। 8 ਸਾਲ ਦੇ ਵਿੱਚ ਕਿੰਨੀਆਂ ਨੌਕਰੀਆਂ ਹੋਣੀਆਂ ਚਾਹੀਦੀਆਂ ਸੀ? 16 ਕਰੋੜ 16 ਕਰੋੜ ਬੰਦਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੀ, ਲੇਕਿਨ 16 ਨੂੰ ਨਹੀਂ ਮਿਲਿਆ। ਉਹ ਤਾਂ ਨਵਿਆਂ ਨੂੰ ਤਾਂ 16 ਨੂੰ ਨਹੀਂ ਮਿਲਿਆ, ਤੇ ਹੁਣ ਉਹ ਕਹਿੰਦੇ ਕਿ ਜਿਹੜੀਆਂ ਪੁਰਾਣੀਆਂ ਅਸਾਮੀਆਂ ਅਸੀਂ 10 ਲੱਖ 10.5 ਲੱਖ ਹੈ ਜਿਹੜੀਆਂ ਉਹ ਭਰ ਦਿਆਂਗੇ 1.5 ਮਹੀਨੇ 'ਚ। ਉਹ ਭਰਨ ਦੀ ਗੱਲ ਕਹਿੰਦੇ, ਮੇਰਾ ਖਿਆਲ ਵੀ ਇਦੋਂ ਤਾਂ ਗੁੰਮਰਾਹ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੋਣੀ ਕਿ ਹੁਣ ਚੋਣਾਂ ਨੇੜੇ ਆ ਗਈਆਂ, ਲੋਕ ਕਹਿਣਗੇ ਵੀ ਹਾਂਜੀ ਮੇਰਾ ਤਾਂ ਵੀ ਦਾ ਲੱਗ ਜੂ, ਮੇਰਾ ਦਾ ਲੱਗ ਜੂ, ਉਹਨਾਂ ਨੇ ਅਪਲਾਈ ਕਰਨਾ ਸ਼ੁਰੂ ਕਰ ਦੇਣਾ। ਅੱਜ ਆਪਾਂ ਇੱਕ ਨੌਕਰੀ ਵਾਸਤੇ ਅਪਲਾਈ ਕਰਨਾ ਹੋਵੇ, ਬੰਦੇ ਦਾ ਘੱਟੋ ਘੱਟ 1000 ਰੁਪਈਆ ਖਰਚ ਆਉਂਦਾ ਹੈ, ਤੇ 10 ਲੱਖ ਬੰਦੇ ਨੌਕਰੀਆਂ ਵਾਸਤੇ ਇਹ ਜਿਹੜੇ ਹੈਗੇ ਅਪਲਾਈ ਕਰਨਗੇ, ਉਹਨਾਂ ਵਿੱਚੋਂ ਚਲੋ ਕੁਛ ਰਿਜ਼ਰਵ ਆ, ਉਹਨਾਂ ਦੇ ਅੱਧੇ ਆ ਜਾਣਗੇ, ਤੇ ਕਿੰਨੇ ਪੈਸੇ ਬਣ ਗਏ? ਸਰਕਾਰ ਦੇ ਖਜ਼ਾਨੇ 'ਚ ਪੈਸੇ ਜ਼ਰੂਰ ਜਮ੍ਹਾਂ ਹੋ ਜਾਣਗੇ। ਲੇਕਿਨ ਮਜ਼ਾਕ ਇਦੋਂ ਭੱਦਾ ਕੋਈ ਹੋ ਨਹੀਂ ਸਕਦਾ ਕਿ ਤੁਸੀਂ ਕੀਤੀ ਤਾਂ ਸੀ ਲੋਕਾਂ ਦੇ ਨਾਲ ਇਕਰਾਰਬਾਜ਼ੀ ਇਹ ਕਿ ਅਸੀਂ ਜਿਹੜੀ ਹੈਗੀ ਹੈ 5 ਸਾਲਾਂ 'ਚ 10 ਕਰੋੜ ਤੇ 10 ਸਾਲਾਂ ਦੇ ਵਿੱਚ 20 ਕਰੋੜ ਭਰਤੀ ਕਰ ਦਿਆਂਗੇ। 8 ਸਾਲ ਹੋ ਗਏ ਤੇ 8 ਸਾਲ ਦੇ ਵਿੱਚ 16 ਕਰੋੜ ਤਾਂ ਹੋਣੇ ਚਾਹੀਦੇ ਸੀ, ਪਰ ਉਹ ਹੈ ਕਿੱਥੇ? ਜ਼ਮੀਨ ਤੇ ਤਾਂ ਉਹ ਹੈ ਨਹੀਂ ਗੇ। ਮੇਰੇ ਖਿਆਲ ਮੁਤਾਬਕ ਇੱਕ ਸਾਰਾ ਗੁੰਮਰਾਹ ਕੁਨ ਪ੍ਰਚਾਰ ਹੈ, ਇਹ ਤੋਂ ਵੱਧ ਹੋ ਰਿਹਾ ਕੁਛ ਵੀ ਨਹੀਂ ਜੀ। ਜੀ, ਤੇ ਢਿੱਲੋਂ ਸਾਹਿਬ ਯੂਪੀ ਦੇ ਵਿੱਚ ਜਿਹੜਾ ਘਰਾਂ ਤੇ ਬਲਡੋਜ਼ਰ ਚੱਲ ਰਹੇ ਨੇ, ਉਹਦੇ ਉੱਤੇ ਵੀ ਹੁਣ ਸਿਆਸਤ ਤੋਂ ਉੱਠ ਕੇ ਕਹਿੰਦੇ ਅਦਾਲਤ ਤੋਂ ਮੰਗ ਕੀਤੀ ਗਈ ਆ, ਭਾਈ ਘੱਟੋ ਘੱਟ ਤੁਸੀਂ ਇਹਦੇ ਉੱਤੇ ਨਿਗਾਹ ਰੱਖ ਲਓ, ਨੋਟਿਸ ਲੈ ਲਓ।
ਦਾਨੇਵਾਲੀਆ ਸਾਹਿਬ, ਜਦੋਂ ਅਸੀਂ ਗੱਲ ਬਲਡੋਜ਼ਰ ਦੀ ਕਰਦੇ ਹਾਂ ਨਾ, ਤੇ ਬਹੁਤ ਸਾਰੇ ਲੋਕ ਬਲਡੋਜ਼ਰ ਦੇ ਰੂਪ ਦੇ ਵਿੱਚ ਜਿਹੜਾ ਕਿਸੇ ਬੰਦੇ ਨੂੰ ਖਲਨਾਇਕ ਦੇ ਰੂਪ ਦੇ ਵਿੱਚ ਦੇਖਦੇ ਆ, ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਦੇਖਦੇ ਆ। ਕਈਆਂ ਨੇ ਤਾਂ ਨਾ ਹੀ ਉਹਦਾ ਬਲਡੋਜ਼ਰ ਬਾਬਾ ਧਰਤਾ, ਔਰ ਉਹਨੇ ਵੀ ਉਹਦਾ ਹਵਾਈ ਜਹਾਜ਼ ਚ ਵੀ ਕਹੀ ਜਾਂਦਾ ਸੀ ਬਲਡੋਜ਼ਰ ਖੜੇ। ਹਾਂਜੀ, ਉਹ ਤੁਹਾਡੇ ਯਾਦ ਹੋਣਾ ਕਿ ਜਿਹੜੀਆਂ 2022 ਦੇ ਵਿੱਚ ਚੋਣਾਂ ਆਈਆਂ ਸੀ, ਉਹਨਾਂ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਐਲਾਨ ਕਰਤਾ ਸੀ। ਉਹਨਾਂ ਨੇ ਕਹਿਤਾ ਸੀ ਕਿ ਬਲਡੋਜ਼ਰ ਤਿਆਰ ਖੜੇ ਆ, ਚੋਣਾਂ ਤੋਂ ਬਾਅਦ ਦੇਖਾਂਗੇ ਫਿਰ ਜਿਹੜੇ ਜਿਹੜੇ ਬੰਦੇ ਗੜਬੜ ਕਰਦੇ ਆ ਅਸੀਂ ਉਹਨਾਂ ਨੂੰ ਧੂਵਾਂਗੇ। ਹੁਣ ਹੋਇਆ ਕੀ ਕਿ 9 ਤਾਰੀਖ ਨੂੰ, ਅੱਜ ਜਿਹੜੀ ਬੀਤੀ 9 ਤਾਰੀਖ ਹੈ, ਜਿਹੜਾ ਆਪਣਾ ਉਹ ਹੈਗਾ ਟਾਈਮਜ਼ ਨਾਓ TV ਚੈਨਲ, ਉਹ ਟਾਈਮਜ਼ ਨਾਓ ਦੇ ਉੱਤੇ ਇੱਕ ਡਿਬੇਟ ਚੱਲਦੀ ਸੀ। ਇਹਨਾਂ ਦੀ ਬੀਬੀ ਹੈ ਕੋਈ ਰੱਬ ਕਾਕੇ ਕੁਛ ਇਹੋ ਜਿਹਾ ਨਾਮ ਹੈ, ਤੇ ਉਹ ਜਿਹੜੀ ਹੈ ਕੰਡਕਟ ਕਰਦੀ ਸੀਗੀ ਡਿਬੇਟ। ਉਸ ਡਿਬੇਟ ਦੇ ਵਿੱਚ ਦੂਜੀਆਂ ਤਰ੍ਹਾਂ ਦੇ ਵੀ ਹੋਣਗੇ, ਲੇਕਿਨ ਇੱਕ ਉੱਥੇ ਬੀਬੀ ਹੈ ਜਿਹਦਾ ਨਾਂ ਨੂਪਰ ਸ਼ਰਮਾ। ਉਹ ਨੂਪਰ ਸ਼ਰਮਾ ਨੇ ਪੈਗੰਬਰ ਮੁਹੰਮਦ ਸਾਹਿਬ ਦੇ ਬਾਰੇ ਕੋਈ ਬਹੁਤ ਇਤਰਾਜ਼ਯੋਗ ਟਿੱਪਣੀ ਕਰਤੀ। ਜਦੋਂ ਟਿੱਪਣੀ ਕਰਤੀ ਤੇ ਉਸ ਟਿੱਪਣੀ ਦਾ ਲੋਕਾਂ ਨੇ ਬੁਰਾ ਮਨਾਇਆ। ਅੱਗੇ ਆ ਗਈ ਜੁਮੇ ਦੀ ਨਮਾਜ਼। ਜੁਮੇ ਦੀ ਨਮਾਜ਼ ਮੇਰਾ ਖਿਆਲ ਹੈ ਵੀ ਇਹ ਵੀਰਵਾਰ ਦੀ ਗੱਲ ਹੈ। ਅਗਲੇ ਦਿਨ ਕਿਤੇ ਜੁਮੇ ਦੀ ਨਮਾਜ਼ ਆਈ ਤੇ ਜੁਮੇ ਦੀ ਨਮਾਜ਼ ਦੇ ਉੱਤੇ ਲੋਕ ਇਕੱਠੇ ਹੋਏ, ਉਹਨਾਂ ਨੇ ਪ੍ਰੋਟੈਸਟ ਕੀਤਾ। ਉਹ ਕਾਨਪੁਰ ਦੇ ਵਿੱਚ ਵੀ ਹੋਇਆ ਪ੍ਰੋਟੈਸਟ, ਹੋਰਾਂ ਥਾਵਾਂ 'ਤੇ ਹੋਇਆ, ਤੇ ਇਲਾਹਾਬਾਦ ਵੀ ਹੋਇਆ। ਇਲਾਹਾਬਾਦ ਦਾ ਨਾਂ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਬਦਲ ਕੇ ਇਹਨਾਂ ਨੇ ਧਰਤਾ ਪ੍ਰਯਾਗਰਾਜ। ਹੁਣ ਇਲਾਹਾਬਾਦ ਦਾ ਇੱਕ ਸੱਜਣ ਹੈ, ਮੁਸਲਮਾਨ ਭਰਾ ਹੈ, ਲੇਕਿਨ ਉਹ ਬੰਦਾ ਬੜਾ ਜਿਹੜਾ ਜਿਹਨੂੰ ਆਪਾਂ ਰਿਪਿਊਟਡ ਪਰਸਨ ਕਹਿ ਦਿੰਦੇ ਹਾਂ, ਉਹ ਹੈ ਗਾਹੇ ਬਗਾਹੇ ਜਦੋਂ ਅਮਨ ਏਕਤਾ ਤੇ ਭਾਈਚਾਰੇ ਦੀ ਗੱਲ ਹੁੰਦੀ ਹੈ, ਪ੍ਰਸ਼ਾਸਨਿਕ ਅਧਿਕਾਰੀ ਉਹਦੀਆਂ ਸੇਵਾਵਾਂ ਲੈਂਦੇ ਹੈ। ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਦਾ, ਆਪਦੇ ਭਾਈਚਾਰੇ ਦੇ ਲੋਕਾਂ ਨੂੰ ਸਮਝਾਉਂਦਾ ਵੀ ਹੈ, ਵੀਡੀਓ ਵੀ ਪਾਉਂਦਾ, ਉਹਨਾਂ ਨੂੰ ਉਹਨਾਂ ਦੇ ਨਾਂ 'ਤੇ ਸੰਦੇਸ਼ ਵੀ ਭੇਜਦਾ ਕਿ ਭਾਈ ਆਪਾਂ ਲੜਨਾ ਨਹੀਂ, ਭਿੜਨਾ ਨਹੀਂ, ਆਪਾਂ ਅਮਨਪੂਰਵਕ ਰਹੀਏ। ਔਰ ਉਹ ਪਰਿਵਾਰ ਜਿਹੜਾ ਹੈਗਾ ਬੜਾ ਪ੍ਰੋਗਰੈਸਿਵ ਪਰਿਵਾਰ ਹੈ। ਉਹਦੀ ਜਿਹੜੀ ਹੈਗੀ ਹੈ ਇੱਕ ਬੇਟੀ ਜਿਹੜੀ ਹੈ, ਉਹ ਬੜੀ ਮਤਲਬ ਜਿਹਨੂੰ ਆਪਾਂ ਕਹਿ ਦਈਏ ਬਹੁਤ ਸ਼ਾਰਪ ਹੈ ਬੇਟੀ, ਬੜੀ ਸਿਆਣੀ ਹੈ। ਔਰ ਉਹ ਬੇਟੀ ਜਿਹੜੀ ਹੈਗੀ ਹੈ, ਉਹ ਪਹਿਲਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਹੁੰਦੀ ਸੀ। ਉਹ ਤੋਂ ਬਾਅਦ ਫਿਰ ਉਹ JNU ਚਲੀ ਗਈ ਸੀ। ਔਰ ਉਸ ਬੀਬੀ ਦਾ ਨਾਂ ਹੈਗਾ ਅਫਰੀਨ ਫਾਤਮਾ। ਅਫਰੀਨ ਫਾਤਮਾ ਜਿਹੜੀ ਹੈਗੀ ਹੈ, ਉਹ JNU ਦੀ ਐਕਟਿਵਿਸਟ ਹੋਣ ਦੀ ਵਜ੍ਹਾ ਕਾਰਨ ਇਹ ਵੀ ਗੱਲ ਕਰਦੀ ਸੀ ਕਿ ਉਹਨੇ ਆਪਦੇ ਪਿਓ ਨੂੰ ਉਕਸਾਇਆ ਤੇ ਪਿਓ ਨੇ ਸਾਰੀ ਗੜਬੜ ਕਰਵਾਈ ਹੈ। ਹੁਣ ਇਸ ਮੁੱਦੇ ਨੂੰ ਲੈ ਕੇ ਜੇ ਆਪਾਂ ਦੇਖੀਏ, ਰੌਲਾ ਬਹੁਤ ਪੈ ਗਿਆ। ਸੁਪਰੀਮ ਕੋਰਟ ਦੇ 3 ਸਾਬਕਾ ਜੱਜਾਂ ਨੇ, ਕਈ ਹਾਈ ਕੋਰਟਾਂ ਦੇ ਸਾਬਕਾ ਜੱਜਾਂ ਨੇ, ਔਰ ਕੁਝ ਵਕੀਲਾਂ ਨੇ ਇੱਕ ਸਾਂਝੀ ਚਿੱਠੀ ਲਿਖੀ ਹੈ ਭਾਰਤ ਦੇ ਚੀਫ ਜਸਟਿਸ ਨੂੰ ਕਿ ਕਿਰਪਾ ਕਰਕੇ ਤੁਸੀਂ ਇਹਦਾ ਨੋਟਿਸ ਲਓ, ਔਰ ਨੋਟਿਸ ਲੈ ਕੇ ਇਹਨੂੰ ਸੂ ਮੋਟੋ ਨੋਟਿਸ ਲੈ ਕੇ ਜਿਹੜੀ ਇਹ ਬਰਬਾਦੀ ਹੋ ਰਹੀ ਹੈ, ਉਹ ਬਰਬਾਦੀ ਨੂੰ ਬਚਾਓ। ਕਿਉਂਕਿ ਇਹ ਜਿਹੜੇ ਹੈਗੇ ਹੈ ਅਫਰੀਨ ਫਾਤਮਾ ਜਿਹੜਾ ਘਰ ਢਾਇਆ ਹੈ, ਕਿਹਾ ਤਾਂ ਇਹ ਗਿਆ ਕਿ ਇਹ ਘਰ ਜਿਹੜਾ ਹੈਗਾ ਇਹ ਜਾਵੇਦ ਅਹਿਮਦ ਹੈ, ਲੇਕਿਨ ਇਹ ਜਾਵੇਦ ਅਹਿਮਦ ਦਾ ਘਰ ਨਹੀਂ, ਇਹ ਘਰ ਹੈਗਾ ਪਰਵੀਨ ਫਾਤਮਾ ਦਾ। ਪਰਵੀਨ ਫਾਤਮਾ ਅਫਰੀਨ ਫਾਤਮਾ ਦੀ ਮਾਂ ਹੈ, ਜਾਵੇਦ ਅਹਿਮਦ ਦੀ ਉਹ ਵਾਈਫ ਹੈ, ਔਰ ਪਰਵੀਨ ਫਾਤਮਾ ਨੂੰ ਇਹ ਘਰ ਉਹਦੇ ਮਾਪਿਆਂ ਨੇ ਜਿਹੜਾ ਹੈਗਾ ਗਿਫਟ ਕੀਤਾ ਹੋਇਆ ਸੀ। 1 ਵੀ ਰੁਪਈਆ ਇਹਨਾਂ ਵੱਲ ਬਕਾਇਆ ਨਹੀਂ, ਇਹਨਾਂ ਵੱਲ ਨਾ ਕੋਈ ਆਪਣਾ ਵਾਟਰ ਸਪਲਾਈ ਦਾ, ਨਾ ਬਿਜਲੀ ਦਾ, ਨਾ ਪ੍ਰਾਪਰਟੀ ਟੈਕਸ, ਸਭ ਕੁਛ ਇਹ ਪੂਰਾ ਭਰਦੇ ਹੈ। ਇਹਦੇ ਬਾਵਜੂਦ ਵੀ ਉਹਨਾਂ ਦੇ ਘਰ ਨੂੰ ਬਲਡੋਜ਼ਰ ਦੇ ਨਾਲ ਨੇਸ ਤੋਂ ਨਾਬੂਦ ਕਰਤਾ, ਤੇ ਬਾਅਦ ਦੇ ਵਿੱਚ ਕਿਹਾ ਵੀ ਇਹਨਾਂ ਨੇ ਨਕਸ਼ਾ ਨਹੀਂ ਪਾਸ ਕਰਵਾਇਆ ਸੀ। ਲੇਕਿਨ ਉਹ ਤੋਂ ਪਹਿਲਾਂ ਸ਼ਰੇਆਮ ਪੁਲਿਸ ਅਧਿਕਾਰੀਆਂ ਨੇ ਵੀ ਤੇ ਯੋਗੀ ਆਦਿੱਤਿਆਨਾਥ ਨੇ ਵੀ ਇਹ ਕਹਿ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਇਸ ਗੜਬੜ ਦੇ ਵਿੱਚ ਭਾਗ ਲਿਆ, ਅਸੀਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਘਰ ਢਾਵਾਂਗੇ ਤੇ ਢਾਉਣੇ ਸ਼ੁਰੂ ਹੋ ਗਏ। ਹੁਣ ਦਾਨੇਵਾਲੀਆ ਸੋ ਅਗਲਾ ਸਵਾਲ ਇਹ ਪੈਦਾ ਉੱਠਦਾ ਕਿ ਕੀ ਇਹ ਇਕੱਲਾ ਯੋਗੀ ਆਦਿੱਤਿਆਨਾਥ ਨਹੀਂ ਘਰ ਢਵਾਤਾ? ਨਹੀਂ, ਇਹਦੀ ਜੇ ਆਪਾਂ ਦੇਖੀਏ ਤਾਂ ਮੁੱਢ ਬਹੁਤ ਪਛਾਂ ਤੱਕ ਜਾਂਦਾ ਹੈ। ਅਸਲ ਦੇ ਵਿੱਚ ਯਹੂਦੀਆਂ ਦਾ ਇੱਕ ਦੇਸ਼ ਅਜੇ ਬਣਿਆ ਨਹੀਂ, ਫਲਸਤੀਨੀਆਂ ਦਾ ਦੇਸ਼ ਵੀ ਨਹੀਂ ਬਣਿਆ। ਯਹੂਦੀਆਂ ਦਾ ਇਜ਼ਰਾਈਲ ਦੇਸ਼ ਹੈ, ਉਹਦੇ ਤੇ ਰੌਲਾ ਪਈ ਜਾਂਦਾ ਹੈ। ਜਿਹੜਾ ਫਲਸਤੀਨੀਆਂ ਦਾ ਦੇਸ਼ ਸੀ, ਉਹਨਾਂ ਦਾ ਫਲਸਤੀਨ ਸੀ, ਉਹ ਤੇ ਰੌਲਾ ਪਈ ਜਾਂਦਾ। ਉਹਨਾਂ ਦਾ ਇੱਕ ਡਿਸਪਿਊਟ ਚੱਲਦਾ ਬਹੁਤ ਪੁਰਾਣਾ। ਦੋਨੇ ਤਰ੍ਹਾਂ ਅਲੱਗ-ਅਲੱਗ ਆਪੋ ਆਪਣੀਆਂ ਥਾਵਾਂ ਤੇ ਬੈਠੇ ਹੈ। ਲੇਕਿਨ ਜਿਹੜੇ ਇਜ਼ਰਾਈਲੀ ਲੋਕ ਹੈ, ਇਜ਼ਰਾਈਲ ਦੀਆਂ ਜਿਹੜੀਆਂ ਫੌਜਾਂ, ਉਹ ਅਕਸਰ ਜਿਹੜੇ ਹੈਗੇ ਹੈ ਯਹੂਦੀਆਂ ਦੇ ਘਰਾਂ, ਆਪਣੇ ਫਲਸਤੀਨੀਆਂ ਦੇ ਘਰਾਂ ਨੂੰ ਢਾਹ ਦਿੰਦੇ ਹੈ, ਘਰਾਂ ਨੂੰ ਨਿਸ਼ਾਨਾ ਬਣਾਉਂਦੇ। ਇੱਕ ਵਾਰੀ ਮੈਂ ਅੱਜ ਪੜ੍ਹ ਰਿਹਾ ਸੀ ਕਿਸੇ ਥਾਂ ਦੇ ਉੱਤੇ, ਇੱਕ ਅਮਰੀਕਨ ਕੁੜੀ ਜਿਹਦੀ ਉਮਰ 16-17 ਸਾਲ ਸੀ, ਉਹ ਆ ਗਈ ਉੱਥੇ ਫਲਸਤੀਨ ਦੇ ਵਿੱਚ। ਜਦੋਂ ਉਹਨੇ ਦੇਖਿਆ ਕਿ ਉਹਨਾਂ ਦੇ ਬਲਡੋਜ਼ਰ ਜਿਹੜੇ ਘਰ ਢਾਉਂਦੇ, ਤੇ ਉਹ ਬਲਡੋਜ਼ਰ ਦੇ ਅੱਗੇ ਖੜ ਗਈ ਸੀ। ਔਰ ਇਸਰਾਈਲੀ ਫੌਜੀਆਂ ਨੇ ਇਸ ਗੱਲ ਨੂੰ ਨਹੀਂ ਦੇਖਿਆ ਕਿ ਇੱਕ ਲੜਕੀ ਅੱਗੇ ਖੜੀ ਹੈ, ਉਸ ਲੜਕੀ ਨੂੰ ਦਰੜਤਾ ਸੀ। ਇਹ ਮਾਮਲਾ ਜਿਹੜਾ ਹੈਗਾ ਅਸਲ ਦੇ ਵਿੱਚ ਉੱਥੋਂ ਇਹਨਾਂ ਨੇ ਸਬਕ ਲਿਆ। ਹੁਣ ਤੁਸੀਂ ਇਹ ਵੀ ਦੇਖੋ, ਇਹ ਵੀ ਇੱਕ ਇਤਫਾਕ ਹੈ
ਕਿ ਜਿਹੜੇ ਯਹੂਦੀ ਹੈ, ਯਹੂਦੀਆਂ ਨੂੰ ਜਰਮਨ ਦੇ ਵਿੱਚੋਂ ਹਿਟਲਰ ਨੇ ਕੱਢਿਆ ਸੀ। ਭਾਰਤੀ ਜਨਤਾ ਪਾਰਟੀ ਤੇ RSS ਇੱਕ ਪਾਸੇ ਤਾਂ ਹਿਟਲਰ ਦੀ ਉਪਾਸਕ ਹੈ, ਉਹਦੇ ਨਾਲ ਨੇੜ ਰੱਖਦੀ ਹੈ। ਦੂਜੇ ਪਾਸੇ ਜਿਨ੍ਹਾਂ ਨੂੰ ਉਹਨਾਂ ਨੇ ਕੱਢਿਆ ਸੀ ਨਫ਼ਰਤ ਦੇ ਪਾਤਰ ਬਣਾ ਕੇ, ਜਿਨ੍ਹਾਂ ਨੂੰ ਉਹਨਾਂ ਨੇ ਗੈਸ ਚੈਂਬਰਾਂ ਦੇ ਵਿੱਚ ਸਾੜਿਆ ਸੀ, ਮਾਰਿਆ ਸੀ, ਉਹਨਾਂ ਦੇ ਨਾਲ ਵੀ ਉਹਨਾਂ ਦੀ ਹੈ। ਤੁਸੀਂ ਇਹ ਦੇਖੋ ਕਿ ਭੈੜੇ ਭੈੜੇ ਯਾਰ ਸਾਡੀ ਫੱਤੋ ਦੇ, ਕਿ ਉਹਨਾਂ ਦੇ ਕਿਹੋ ਜਿਹੇ ਲੋਕਾਂ ਨਾਲ ਤਾਲੁਕਾਤ ਹੈ, ਤੇ ਉਹੀ ਹੈ ਅਸਲ ਦੇ ਵਿੱਚ। ਜੇ ਆਪਾਂ ਦੇਖੀਏ ਤਾਂ 2002 ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਮੁਸਲਿਮ ਕਤਲੇਆਮ ਹੋਇਆ, ਤੇ ਉਸ ਵੇਲੇ ਵੀ ਨੇਸਤੋ ਨਾਬੂਦ ਕਰਨ ਦਾ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ ਕਿ ਮੁਸਲਮਾਨਾਂ ਦੇ ਘਰਾਂ ਨੂੰ ਢਾਹ ਦਿਓ। ਇਹ ਗੱਲ ਉੱਥੇ ਵੀ ਸ਼ੁਰੂ ਹੋਈ ਸੀ। ਉੱਥੋਂ ਸ਼ੁਰੂ ਹੋ ਕੇ ਜਿੰਨੀ ਦੇਰ ਤੱਕ ਉਹ ਬੀਬੀ ਇੱਕ ਬਣੀ ਸੀਗੀ, ਉਹਦਾ ਨਾਂ ਹੈਗਾ ਬੇਨੀ ਕੇ ਕੁਛ ਇਹੋ ਜਿਹਾ ਨਾਂ ਸੀ, ਜਿਹੜੀ ਉਹ ਚੀਫ ਮਿਨਿਸਟਰ ਬਣ ਗਈ ਸੀ ਗੁਜਰਾਤ ਦੀ, ਉਦੋਂ ਤੱਕ ਇਹ ਗੱਲ ਉੱਥੇ ਆਉਂਦੀ ਰਹੀ ਹੈ। ਔਰ ਉਹੀ ਗੱਲ ਹਾਂ ਉਹ ਬੇਨ, ਹਾਂ। ਉਹ ਤੋਂ ਬਾਅਦ ਫਿਰ ਇਹ ਗੱਲ ਜਿਹੜੀ ਹੈ ਤੁਰ ਕੇ ਪਹੁੰਚ ਗਈ ਯੂਪੀ ਦੇ ਵਿੱਚ। ਤੇ ਮੈਨੂੰ ਤਾਂ ਹੁਣ ਇਹ ਡਰ ਲੱਗਦਾ ਵੀ ਕਿਤੇ ਇਹ ਨਾ ਹੋਵੇ ਕਿ ਗੱਲ ਤੁਰਦਿਆਂ ਤੁਰਦਿਆਂ ਜਿੱਥੇ ਵੀ ਕੋਈ ਸਿਆਸੀ ਵਿਰੋਧੀ ਹੈ ਜਾਂ ਘੱਟ ਗਿਣਤੀਆਂ ਵਾਲੇ ਲੋਕ ਹੈ, ਕਿ ਬੁਲਡੋਜ਼ਰ ਕਿਤੇ ਸਾਰੇ ਪਾਸੇ ਨਾ ਫੇਰ ਦੇਣ। ਕਿਉਂਕਿ ਬੁਲਡੋਜ਼ਰ ਵਾਲੀ ਜਿਹੜੀ ਕਾਰਵਾਈ ਹੈ ਇਹ ਸ਼ੁਰੂ ਉੱਥੋਂ ਹੋਈ ਸੀਗੀ, ਇਜ਼ਰਾਈਲ ਤੋਂ ਫਲਸਤੀਨੀਆਂ ਦੇ ਖਿਲਾਫ। ਹੁਣ ਇਹੀ ਚੀਜ਼ ਹੈ ਕਿ ਸਾਡੀ ਜਿਹੜੀ, ਜਿਹਨੂੰ ਅਸੀਂ ਕਹਿੰਦੇ ਹਾਂ ਸਿਵਲ ਸੁਸਾਇਟੀ ਵੰਡੀ ਪਈ ਹੈ। ਇੱਕ ਤਾਂ ਸਿਵਲ ਸੁਸਾਇਟੀ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਮੁਸਲਿਮ ਵਿਰੋਧੀ ਬਣਾ ਦਿੱਤਾ ਹੈ ਆ ਸਾਡੇ ਗੋਦੀ ਮੀਡੀਆ ਨੇ। ਬਿਲਕੁਲ, ਉਹ ਤਾਂ ਬਾਈ ਜੀ ਪੂਰਾ ਲੱਗਿਆ ਮੈਨੂੰ ਤਾਂ ਐਨ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਖਲਨਾਇਕ ਬਣਾ ਕੇ ਪੇਸ਼ ਕਰ ਦਿੱਤਾ ਗਿਆ, ਲੋਕਾਂ ਦੇ ਜ਼ਿਹਨ 'ਚ ਵਸਾ ਦਿੱਤਾ, ਖਾਸ ਕਰਕੇ ਹਿੰਦੂ ਕਮਿਊਨਿਟੀ ਦੇ। ਬਿਲਕੁਲ, ਉਹ ਜਿਹੜੀ ਸਾਡੀ ਗੋਦੀ ਮੀਡੀਆ ਦੀ ਹੀ ਦੇਣ ਆ ਸਭ ਤੋਂ ਵੱਧ। ਔਰ ਚਾਹੀਦਾ ਤਾਂ ਇਹ ਸੀ ਕਿ ਗੋਦੀ ਮੀਡੀਆ ਦੇ ਖਿਲਾਫ ਕਾਰਵਾਈ ਹੋਵੇ। ਚਾਹੀਦਾ ਇਹ ਸੀ ਕਿ ਜਿਹੜੀ ਨੂਪਰ ਸ਼ਰਮਾ ਨੇ ਮੁਹੰਮਦ ਪੈਗੰਬਰ ਸਾਹਿਬ ਦੇ ਖਿਲਾਫ ਜੀ ਨੇ ਮਤਲਬ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਗ੍ਰਿਫਤਾਰ ਤਾਂ ਉਹ ਹੋਣੀ ਚਾਹੀਦੀ ਸੀ। ਪਰ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਘਰ ਉਹਨਾਂ ਦੇ ਢਾਤੇ। ਆਹ ਦੇਖੋ ਕਿੱਡੀ ਐਡੀ ਵੱਡੀ ਬੇਇਨਸਾਫੀ ਕਿਵੇਂ ਹੋਊਗੀ। ਉਹੀ ਕਾਰਨ ਹੈ ਕਿ ਕੁਝ ਜਾਗਦੀ ਜ਼ਮੀਰ ਵਾਲੇ ਸਾਬਕਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਹੈ, ਤਿੰਨ ਚਾਰ ਜੱਜ ਜਿਹੜੇ ਹੈਗੇ ਆ ਹਾਈ ਕੋਰਟਾਂ ਦੇ, ਉਹ ਤੇ ਕੁਝ ਜਿਹੜੇ ਹੁਣ ਜਿਹੜੇ ਜਾਗਦੀ ਜ਼ਮੀਰ ਵਾਲੇ ਵਕੀਲਾਂ ਨੇ ਇੱਕ ਸਾਂਝਾ ਪੱਤਰ ਲਿਖਿਆ ਹੈ ਭਾਰਤ ਦੇ ਚੀਫ ਜਸਟਿਸ ਰਮਨਾ ਸਾਹਿਬ ਨੂੰ ਕਿ ਕਿਰਪਾ ਕਰਕੇ ਤੁਸੀਂ ਦਾ ਸੂ ਮੋਟੋ ਨੋਟਿਸ ਲਓ ਤੇ ਇਹ ਜਿਹੜੇ ਪੀੜਤ ਪਰਿਵਾਰ ਹੈ ਇਹਨਾਂ ਨੂੰ ਇਨਸਾਫ ਦਿਵਾਓ ਜੀ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਧੰਨਵਾਦ। ਸੋ ਇਹ ਸਨ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ। ਸੋ ਫਿਰ ਤੋਂ ਮੈਂ ਤੁਹਾਡੇ ਨਾਲ ਦੁਹਰਾ ਦਿਆਂ ਕਿ ਅਮਰੀਕਾ ਦੇ ਦੌਰੇ ਦੌਰਾਨ ਮੇਰਾ ਨੰਬਰ 6612180098 ਹੈ ਜੀ। ਤੁਸੀਂ ਮੇਰੇ ਨਾਲ ਮੇਰੇ WhatsApp ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ। ਮੇਰਾ WhatsApp ਨੰਬਰ ਇੰਡੀਆ ਦੇ ਕੋਡ ਵਾਲਾ ਉਹੀ ਹੈ ਜੀ, 9780141741। ਸੋ ਮੈਂ ਤਮਾਮ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਦਾ, ਅਮਰਜੀਤ ਸਿੰਘ ਗਰੇਵਾਲ, ਸਰਦਾਰ ਬਲਰਾਜ ਸਿੰਘ ਪੰਡਾ ਤੇ ਸਤਿੰਦਰ ਸਿੰਘ ਵਰਜੀਨੀਆ ਤੋਂ, ਸਰਦਾਰ ਮਹਿਤਾਬ ਸਿੰਘ ਕਾਲੋਂ, ਡਾਕਟਰ ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ ਬੜਿੰਗ ਹੋਰੀ ਬਾਲਟੀਮੋਰ ਤੋਂ, ਇਹਨਾਂ ਸਾਰੇ ਸੱਜਣਾ ਮਿੱਤਰਾਂ ਦਾ ਮੈਂ ਧੰਨਵਾਦੀ ਹਾਂ ਜੀ, ਜਿਹੜੇ ਇਸ ਦੌਰੇ ਦੇ ਵਿੱਚ ਯੋਗਦਾਨ ਪਾ ਰਹੇ ਨੇ। ਸੋ ਇਸ ਤੋਂ ਬਾਅਦ ਮੈਂ ਅੱਜ ਜਿਹੜਾ ਹੁਣ ਦਿਨ ਚੜਿਆ ਹੋਇਆ ਅਮਰੀਕਾ ਦੀ ਧਰਤੀ ਤੇ ਪੂਰਾ, ਸੋ ਚਾਲੇ ਪਾਵਾਂਗੇ ਬਾਲਟੀਮੋਰ ਵੱਲ ਤੋਂ ਗਾਂ ਨਿਊਯਾਰਕ ਵੱਲ ਨੂੰ। ਸੋ ਨਿਊਯਾਰਕ ਤੋਂ ਇੰਡੀਆਨਾ ਤੋਂ ਫਿਰ ਅੱਗੇ ਦੇਖਦੇ ਹਾਂ, ਸ਼ਿਕਾਗੋ ਦਾ ਪ੍ਰੋਗਰਾਮ ਬਣਿਆ ਤੇ ਇਹ ਵੀ ਹੋ ਸਕਦਾ ਕਿ ਮੁੜ ਕੈਲੀਫੋਰਨੀਆ ਦੀ ਧਰਤੀ ਤੇ ਸੈਕਰੇਮੈਂਟੋ ਜਿਹੜਾ ਜੀ, ਉੱਥੇ ਕੁਝ ਸੱਜਣਾ ਨਾਲ ਮੁਲਾਕਾਤ ਕਰਾਂਗੇ ਤੇ ਫਿਰ ਜਿਹੜਾ ਵਾਪਸੀ ਤੋਂ ਪਹਿਲਾਂ ਸਿਐਟਲ ਵਾਸ਼ਿੰਗਟਨ ਦੇ ਵਿੱਚ ਉੱਥੇ ਮੁਲਾਕਾਤ ਹੋਏਗੀ। ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹੁੰਦਾ। ਧੰਨਵਾਦ, ਸ਼ੁਕਰੀਆ। ਸ਼ਮਾਦਾਨ।